ਗੁਰਮੀਤ ਸਿੰਘ ਪਿੰਕੀ ਇੱਕ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਤੇ ਕਮਾਂਡੋ ਦੇ ਖੁਲਾਸਿਆਂ ਨੇ ਸਿੱਖ ਕੌਮ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਅਸੀਂ ਸਭ ਜਾਣਦੇ ਸਨ ਕਿ ਸਾਡੇ ਸਿੱਖ ਨੌਜਵਾਨ ਉਸ ਵੱਲੋਂ ਪੁਲਿਸ ਦੇ ਹੱਥੋਂ ਚੁੱਕੇ ਗਏ ਸਨ ਤੇ ਗਾਇਬ ਹੋ ਗਏ ਸਨ, ਮਾਰ ਕੇ ਸੁੱਟ ਦਿੱਤੇ ਗਏ ਸਨ। ਪਰ ਅੱਜ ਪਹਿਲੀ ਵਾਰ ਇੱਕ ਕਮਾਂਡੋ ਦੇ ਮੂੰਹੋਂ ਉਹ ਸਾਰੇ ਵੇਰਵੇ ਸਾਹਮਣੇ ਆ ਰਹੇ ਹਨ। ਇਹਨਾਂ ਬਾਰੇ ਕੁਝ ਹੋਰ ਜਾਣਨ ਲਈ ਅੱਜ ਸਾਡੇ ਨਾਲ ਪਿੰਕੀ ਸਾਡੇ ਸਟੂਡੀਓ ਵਿੱਚ ਹਾਜ਼ਰ ਹੈ। ਪਿੰਕੀ ਜੀ, ਸਪੋਕਸਮੈਨ ਸਟੂਡੀਓ ਤੇ ਤੁਹਾਡੇ ਨਾਲ ਵਕਤ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਦੇਰ ਆਏ ਦੁਰਸਤ ਆਏ, ਪਰ ਇੱਕ ਸਵਾਲ ਫਿਰ ਵੀ ਮਨ ਨੂੰ ਆਉਂਦਾ ਹੈ ਕਿ ਤੁਸੀਂ 31 ਸਾਲ ਕਦੀ ਕੁਝ ਨਹੀਂ ਬੋਲਿਆ। ਅੱਜ ਤੁਹਾਨੂੰ ਮੁਸ਼ਕਿਲਾਂ ਨਿੱਜੀ ਤੌਰ ਤੋਂ ਸ਼ੁਰੂ ਹੋਈਆਂ ਤੇ ਤੁਸੀਂ ਆਪਣਾ ਖੁਲਾਸਾ ਸ਼ੁਰੂ ਕੀਤਾ ਹੈ, ਤੇ ਕਦੀ ਇਹਨਾਂ ਸਾਲਾਂ ਵਿੱਚ ਸੋਚਿਆ ਨਹੀਂ ਕਿ ਸ਼ਾਇਦ ਮੈਂ ਕਿਸੇ ਕੁਝ ਦੱਸ ਦਾਂਗਾ ਤੇ ਕਿਸੇ ਨੂੰ ਕਲੋਜ਼ਰ, ਕਿਸੇ ਨੂੰ ਸ਼ਾਂਤੀ ਮਿਲ ਸਕਦੀ, ਕਿੰਨਾ ਪਰਿਵਾਰਾਂ ਨੂੰ ਸਕੂਨ ਮਿਲ ਸਕਦਾ ਹੈ। ਦੇਖੋ, ਬਾਣੀ ਦੇ ਵਿੱਚ ਲਿਖਿਆ ਜਵੇ ਬਾਣ ਲੱਗਿਓ ਤਾਂ ਵਿਰੋਧ ਰੱਖਿਓ। ਮੈਂ ਆਪਣੇ ਆਪ ਨੂੰ ਬਹੁਤ ਚੁੱਪ ਰੱਖਿਆ। ਜਿੰਨਾ ਵੱਡਾ ਲਾਸ ਇਹਦੇ ਦੌਰਾਨ ਮੇਰਾ ਹੋਇਆ, ਸ਼ਾਇਦ ਕਿਸੇ ਦਾ ਨਾ ਹੋਇਆ ਹੋਵੇ। ਆਪਾਂ 87 ਤੋਂ ਆਪਣਾ ਕੈਰੀਅਰ ਸਟਾਰਟ ਕਰਦੇ ਹਾਂ। 87 ਚ ਮੈਂ ਭਰਤੀ ਹੋ ਗਿਆ ਸੀ ਸੀਏ ਲੁਧਿਆਣੇ ਵਿੱਚ। ਉਹਦੇ ਵਿੱਚ ਵੀ ਕੋਈ ਉਹ ਮੈਂ ਜੇ ਕਹਾਂ ਵੀ ਕੋਈ ਬਹੁਤੀ ਮੈਂ ਸਟੇਜ ਤੇ ਸੀ, ਕੰਢੇ ਆਲੇ ਦੁਆਲੇ ਮੇਰੇ ਸਾਰੇ ਬੰਨੇ PAU GNE ਜਿਹੜੇ ਮੈਨੂੰ ਚਾਰਜ ਸਾਂਭਿਆ ਗਿਆ ਸੀ ਵੀ ਇਹ ਦੋ ਚੀਜ਼ਾਂ, ਉੱਥੇ ਗੋਲੀ ਕਿਸੇ ਵੇਲੇ ਵੀ ਕੋਈ ਪ੍ਰੋਬਲਮ ਨਹੀਂ। 10-12 ਸਾਲ ਮੈਂ ਬਹੁਤ ਫਾਈਟ ਲੜੀ। ਔਰ ਜਿਹੜੇ ਕਈ ਬੰਦੇ ਅੱਜ ਵੀ ਹੈਗੇ ਨੇ, ਮੇਰੀ ਪਰਸੋਂ ਵੀ ਕਿਸੇ ਨਾਲ ਗੱਲ ਹੋਈ, ਦੋਸਤ ਨਾਲ ਗੱਲ, ਉਹਦਾ ਨਾਂ ਲੈਣਾ, ਇੱਥੇ ਹੈਗੇ ਨੇ ਆਪਣੇ ਉਹ ਪੰਧੇਰ ਸਾਹਿਬ ਸਰ, ਇਹ ਉੱਥੇ ਸਟੂਡੈਂਟ ਸੀ ਉਦੋਂ 89 ਚ। ਪੰਧੇਰ ਨੇ ਸਾਰਾ ਕੁਝ ਦੇਖਿਆ ਹੈ। 10-12 ਸਾਲ ਤਾਂ ਮੈਂ ਉਹ ਲੜਾਈ ਲੜੀ। ਲੜਨ ਤੋਂ ਬਾਅਦ ਚਲੋ ਫਿਰ ਸਾਡੇ ਤੇ 27-28 ਰਿਟਾਂ ਮੇਰੇ ਖਿਲਾਫ ਹਾਈ ਕੋਰਟ ਸੀ। CBI ਦਾ ਪਰਚਾ ਜਗਰਾਉਂ ਸਾਡੇ ਖਿਲਾਫ ਦਰਜ ਹੋਇਆ, ਉਹਦੇ ਚ ਅਸੀਂ 5-6 ਜਣੇ ਸੀ। ਉਹ ਮੈਂ 2-3 ਸਾਲ ਲਾ ਕੇ 32 ਰਿਟਾਂ ਹਿਊਮਨ ਰਾਈਟਸ ਮੇਰੇ ਖਿਲਾਫ ਸੀ, ਉਹ ਵੀ ਅਸੀਂ ਫੇਸ ਕੀਤੀਆਂ। ਬਟ ਉਹ ਸਾਰੀਆਂ ਜਿਹੜੀਆਂ ਸੀਗੀਆਂ ਨਾ ਇੱਕੋ ਪ੍ਰਕਾਰ ਦੀਆਂ, ਸਿਰਫ ਜੇ ਚੇਂਜ ਸੀ ਤਾਂ ਨੇਮ ਤੇ ਫਾਦਰਸ ਨੇਮ ਚੇਂਜ ਸੀ, ਬਾਕੀ ਸਾਰੀਆਂ ਇੱਕੋ ਜਿਹੀਆਂ ਸੀ। ਉਹ ਕਲੱਬ ਹੋ ਗਈਆਂ। ਕਲੱਬ ਹੋਣ ਨਾਲ ਮਿਸਟਰ R ਆਨੰਦ, ਮਿਸਟਰ ਜੈਨ ਸਾਹਿਬ ਸੀਗੇ, ਤੇ ਉਹ ਸਾਨੂੰ ਤਿੰਨਾਂ ਨੂੰ ਉਹਨਾਂ ਨੇ ਬੁਲਾ ਕੇ ਮੈਂ 15-20 ਦਿਨ ਲਗਾਤਾਰ ਜਾ ਕੇ ਉਹਨਾਂ ਨੂੰ ਸਾਰੇ ਜਵਾਬ ਦਿੱਤੇ। ਉਹ ਵੀ ਫਾਈਲ ਹੋਈਆਂ। ਉਸ ਤੋਂ ਬਾਅਦ 2001 ਦੇ ਵਿੱਚ 7 ਤਰੀਕ ਨੂੰ ਇਹ ਮਰਡਰ ਵਾਲਾ ਜਿਹੜਾ ਕੇਸ ਹੈ ਇਹ ਦਰਜ ਹੋ ਗਿਆ। ਮੈਂ ਸਰੈਂਡਰ ਕਰਤਾ। ਸਰੈਂਡਰ ਕਰਨ ਤੋਂ ਬਾਅਦ ਮੈਂ ਤਕਰੀਬਨ 2002 ਦਸੰਬਰ ਤੱਕ ਆਈ ਰਿਮੇਨਡ ਇਨ ਪਟਿਆਲਾ ਜੀ। ਆਫਟਰ ਬੇਲ ਮੈਂ ਆਇਆ, ਆ ਕੇ ਚਲੋ ਮੈਂ ਫਿਰ ਉਹ ਕਰਾ ਕੇ ਆਪਣਾ ਰੀਇਨਸਟੇਟ ਹੋ ਗਿਆ। ਰੀਇਨਸਟੇਟ ਹੋ ਕੇ ਮੈਂ ਥੋੜੀ ਜਿਹੀ ਖੜਾ ਸੀ ਇਹ ਰਿਹਾ। ਫਿਰ ਮੈਂ ਚਲਾ ਗਿਆ ਸੀ ਸਰਹੰਦ। ਕੰਟੀਨਿਊ 4 ਸਾਲ ਮੈਂ ਉੱਥੇ ਰਿਹਾ ਸੀ ਸਰਹੰਦ। 17/10/2006 ਨੂੰ ਜਿਨ੍ਹਾਂ ਹਾਲਾਤਾਂ 'ਚ ਮੈਨੂੰ ਕੈਦ ਹੋਈ, ਉਹ ਫਿਰ ਮੈਂ ਸਾਰਾ ਕੁਝ ਦੇਖ ਕੇ ਸਮਝ ਗਿਆ ਵੀ ਇਹ ਵਾਟਸ ਗੋਇੰਗ ਔਨ। ਚਲੋ ਮੈਂ 6 ਤੋਂ ਹੀ ਅੰਦਰ ਸੀਗਾ। 6 ਤੋਂ ਬਾਅਦ 14 ਮਈ 2014 ਨੂੰ ਮੈਂ ਬਾਹਰ ਆਇਆ। ਮੈਂ ਬੜਾ ਹੈਰਾਨ ਹੁੰਦਾ। ਪਰਸੋਂ ਵੀ ਇੱਕ ਸੱਜਣੋਂ ਬਾਪੂ ਸੂਰਜ ਸਿੰਘ ਦਾ ਮੁੰਡਾ ਅਮਰੀਕਾ ਤੋਂ ਆਇਆ। ਉਹਨੂੰ ਸ਼ਾਇਦ ਇਹੀ ਨਹੀਂ ਸੁਰਤ, ਜੇ ਆਪਾਂ ਨੂੰ ਪੁੱਛਦੀ ਹੈ ਨਾ ਵੀ ਮੁਹਾਲੀ ਕਿੱਥੇ ਗਿਆ, ਉਹ ਕਹਿੰਦਾ ਜੀ ਮੈਂ ਤਾਂ ਅਮਰੀਕਾ ਰਹਿਣਾ। ਪਿੰਕੀ 7 ਸਾਲ ਕੱਟ ਕੇ ਆ ਗਿਆ। ਉਹ ਤੂੰ 7 ਸਾਲ ਪਿੰਕੀ ਦੇ ਗਿਣੇ ਨੇ। ਮਸਲਾ ਇਸ ਗੱਲ ਦਾ ਹੈ, 16/1/2001 ਤੋਂ ਲੈ ਕੇ ਮੈਂ ਦਸੰਬਰ 2002 ਤੱਕ 24 ਮਹੀਨੇ ਅੰਦਰ ਰਿਹਾ। 17/10/6 ਤੋਂ ਲੈ ਕੇ 14 ਤੱਕ 8 ਸਾਲ ਉਹ ਹੋ ਗਏ। 8 ਤੇ 2 10। ਜਦੋਂ ਮੈਂ ਨਾਭੇ ਗਿਆ, ਨਾਭੇ ਜਿਹੜੀ ਓਪਨ ਜੇਲ੍ਹ ਹੈ ਪੰਜਾਬ ਸਰਕਾਰ ਦਾ ਇੱਕ, ਉਹਦੇ ਵਿੱਚ ਕਹਿਦਾ ਹੈ ਕਿ ਜਿਹੜਾ ਬੰਦਾ ਨਾਭੇ ਜਾਏਗਾ ਉਹਨੂੰ ਆਮ ਬੰਦੇ ਨੂੰ 10 ਤੇ 4 14 ਛੱਡਿਆ ਜਾਂਦਾ। ਨਾਭੇ ਜਿਹੜੀ ਹਾਰਡ ਮੁਸ਼ੱਕਤ ਹੈ 9 ਸਾਲ ਤੋਂ ਛੱਡਿਆ ਜਾਂਦਾ। ਮੈਨੂੰ 9 ਸਾਲ ਜਿਹਨਾਂ ਛੱਡਣਾ ਸੀ, ਮੈਨੂੰ 10 ਛੱਡਿਆ। ਮੈਂ ਤਾਂ ਸਾਲ ਵੱਧ ਕੱਟ ਕੇ ਆਇਆ। ਕਿਸੇ ਬੰਦੇ ਨੂੰ ਨਾ ਤਾਂ ਕਿਸੇ ਗੱਲ ਦਾ ਪਤਾ ਹੈ, ਉਹ ਬੋਲੀ ਜਾਂਦੇ ਨੇ। ਅੱਜ ਵੀ ਮੈਂ ਦੇਖਿਆ ਸਵੇਰੇ ਕਿ ਪਿੰਕੀ ਕੈਟ। ਵਾਟ ਡੂ ਯੂ ਮੀਨ ਕੈਟ? ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਸੀ ਵੀ ਭਾਈ ਮੈਂ ਕੈਟ ਨਹੀਂ, ਮੈਂ ਕੈਟ ਇੰਚਾਰਜ ਸੀ। ਕੈਟ ਦੀ ਜਿਹੜੀ ਗੱਡੀ ਉਹਦੇ 6 ਤੋਂ 7-8 ਮੁਲਾਜ਼ਮ ਹੁੰਦੇ ਸੀ, ਔਰ ਮੈਂ ਹਮੇਸ਼ਾ ਜਿੰਨੀ ਜੇ ਰਿਹਾ ਮੈਂ ਕੈਟ ਇੰਚਾਰਜ ਰਿਹਾ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਮੈਂ ਕੈਟਾਂ ਦਾ ਜਿਹੜਾ ਵਿਸਤਾਰ ਹੈ ਤੁਹਾਨੂੰ ਦੱਸਾਂਗਾ। ਤੁਹਾਨੂੰ ਤਾਂ ਇਹੀ ਨਹੀਂ ਪਤਾ ਵੀ ਕੈਟ ਹੁੰਦਾ ਕੀ। ਕੈਟ ਐਕਚੁਅਲੀ ਹੁੰਦਾ ਕੀ ਹੈ? ਕੈਟ ਤੁਸੀਂ ਇਹਦੇ ਜੋ ਮੈਨੂੰ ਜਾਣਕਾਰੀ ਹੈ, ਤੁਸੀਂ ਪਹਿਲਾਂ ਕਿਸੇ ਮਾਮਲੇ ਫੜੇ ਗਏ ਸੀ ਸੁਮੇਕ ਸਿੰਘ। ਮੈਂ ਫੜੇ ਨਹੀਂ ਗਿਆ ਜੀ। ਜਦ ਸ਼ੁਰੂ ਕੀਤਾ ਤੁਸੀਂ ਕੈਟ ਜਦ ਬਣੇ ਹੋ ਤਾਂ? ਮੈਂ ਕੈਟ ਕਦੇ ਬਣਿਆ ਹੀ ਨਹੀਂ। ਮੇਰੀ ਐਜ਼ ਇਨਰੋਲਮੈਂਟ ਐਜ਼ ਏ ਪੁਲਿਸ ਕਾਂਸਟੇਬਲ 15/12/1987 ਨੂੰ ਹੋਈ ਹੈ। ਮੈਂ ਸਿੱਧਾ ਸਿਪਾਹੀ ਭਰਤੀ ਹੋਇਆ। ਉਸ ਤੋਂ ਪਹਿਲਾਂ ਮੇਰਾ ਪੁਲਿਸ ਨਾਲ ਕਦੇ ਕੋਈ ਲਿੰਕ ਹੀ ਨਹੀਂ ਰਿਹਾ। ਮੈਂ ਇਹਨਾਂ ਨੂੰ ਕਹਿੰਦਾ ਵੀ ਅਗਰ ਕਿਸੇ ਸੱਜਣ ਮੇਰੇ ਕੋਲ ਕੋਈ ਮੇਰਾ ਰਿਕਾਰਡ ਹੈਗਾ, ਇਹਦੇ ਮੈਂ
ਹੁਣ ਜਿਹੜਾ ਕਰਚਨ ਸੈਦਪੁਰ ਬਾਰੇ ਮੈਂ ਸਾਰਾ ਰਿਕਾਰਡ ਪੇਸ਼ ਕੀਤਾ। ਤੇ ਤੁਸੀਂ ਅੱਜ ਖੁਲਾਸੇ ਕਰ ਰਹੇ ਹੋ, ਇਹਨਾਂ ਬਾਰੇ ਤੁਹਾਡੇ ਕੋਲ ਪੂਰਾ ਐਵੀਡੈਂਸ ਹੈਗਾ ਕਿ ਵੀ ਹਾਂ ਜੋ ਮੈਂ ਕਹਿ ਰਿਹਾ ਇਹਦੇ ਨਾਲ ਕੋਈ ਪਿੱਛੇ ਮੈਂ ਸਬੂਤ ਵੀ ਦੇ ਸਕਦਾ ਹੈਗਾ? ਦੇਖੋ ਕਰਦੇ ਆ, ਜਿਹੜੀ ਮੈਂ ਤੁਹਾਨੂੰ ਆਪਣੀ ਭਰਤੀ ਬਾਰੇ ਗੱਲ ਦੱਸੀ ਹੈ, ਨਹੀਂ ਨਹੀਂ, ਜੋ ਤੁਸੀਂ ਖੁਲਾਸੇ ਵੀ ਕਰ ਰਹੇ ਹੋ ਉਹਨਾਂ ਜਿਹੜੇ ਮੈਂ ਖੁਲਾਸੇ ਕਰ ਰਿਹਾ, ਉਹ ਜੋ ਗੱਲਾਂ ਮੈਂ ਦੱਸੀਆਂ, ਜਿਹੜਾ ਬੰਦਾ ਜਿੱਥੇ ਮਰਿਆ ਉਹਨਾਂ ਦੇ ਪਰਚੇ ਜਿਹੜੇ ਨੇ ਉਹਨਾਂ ਮੌਜੂਦਾ ਥਾਣਿਆਂ ਦੇ ਵਿੱਚ ਦਰਜ ਹੋਏ ਨੇ, ਜੋ ਕਿ 89, 90, 91 ਚ ਹੋਏ ਨੇ। ਜੇ ਆਪਾਂ ਹੁਣ ਜਾ ਕੇ ਕਹੀਏ ਵੀ 89 ਵਾਲੇ ਪਰਚੇ ਬੇਕੀ ਨੇ 2015 ਚ ਦਰਜ ਕਰਾਤੇ, ਉਹ ਤਾਂ ਪੋਸੀਬਲ ਨਹੀਂ। ਜਿਹੜੇ ਬੰਦੇ ਦਾ ਮੈਂ ਵਿਸਤਾਰ ਦਿੱਤਾ ਹੈ, ਉਸ ਪੁਲਿਸ ਸਟੇਸ਼ਨ ਤੋਂ ਦੀਆਂ FIR ਲਈਆਂ ਜਾ ਸਕਦੀਆਂ, ਕੁਝ ਮੈਂ ਲਈਆਂ ਵੀ ਨੇ, ਬਟ ਉਹਨਾਂ ਜਿਹਨਾਂ ਬੰਦਿਆਂ ਬਾਰੇ ਮੈਂ ਗੱਲ ਕੀਤੀ ਹੈ, ਮੇਰੇ ਇੱਕ ਸੱਜਣ ਮਿਸਟਰ ਕੰਵਰ ਸੰਧੂ ਨੇ ਕੱਲੇ ਦੇ ਘਰ ਜਾ ਕੇ ਉਹਨਾਂ ਨੂੰ ਰਿਕਾਰਡ ਕੀਤਾ। ਉਹਨਾਂ ਦੀ ਰਿਕਾਰਡਿੰਗ ਕੋਲ ਹੈ। ਉਹਨਾਂ ਦੇ ਮਾਂ-ਬਾਪ, ਭੈਣ ਭਾਈ, ਜਿਨ੍ਹਾਂ ਨੂੰ ਅਜੇ ਤੱਕ ਬੱਚਿਆਂ ਦਾ ਪਤਾ ਹੀ ਨਹੀਂ ਸੀ ਹੈ ਕਿੱਥੇ ਨੇ, ਉਹ ਹੁਣ ਆ ਰਹੇ। ਲਗਾਤਾਰ ਮੇਰੀ ਰਾਤ ਵੀ ਮੁਲਾਕਾਤ ਹੋਈ ਹੈ। ਕਈ ਲੋਕ ਨੇ ਜਿਹੜੇ ਕਹਿੰਦੇ ਵੀ ਇੰਨੀ ਦੇਰ ਬਾਅਦ ਇਹ ਉੱਠ ਕੇ ਬੋਲਿਆ, ਸ਼ਾਇਦ ਇਹ ਕਿਧਰੇ ਹੁਣ ਬਹਿ ਨਾ ਜਾਵੇ, ਕਿਧਰੇ ਅਸੀਂ ਫਸ ਨਾ ਜਾਈਏ। ਕਈ ਪ੍ਰਕਾਰ ਦੀਆਂ ਗੱਲਾਂ ਉਹਨਾਂ ਦੇ ਮਨ 'ਚ ਆਉਂਦੀਆਂ ਨੇ। ਮੇਰਾ ਜਿਹੜਾ ਬੋਲਣਾ ਸੀਗਾ, ਉਹ ਮੈਂ ਤੁਹਾਨੂੰ ਦੱਸਿਆ ਵੀ ਬੰਦਾ ਬਹੁਤ ਦੇਰ, ਕਿੰਨੀ ਦੇਰ, ਮੈਂ 15-20 ਸਾਲ ਅੱਤਵਾਦੀ ਲੜਾਈ ਲੜੀ। 10 ਸਾਲ ਜਦੋਂ ਮੈਂ ਜੇਲ੍ਹ 'ਚ ਰਿਹਾ, ਫਿਰ ਪਹਿਲਾਂ ਮੈਂ ਉੱਥੇ ਆਪਣੀ ਲਾ ਸ਼ੁਰੂ ਕਰਕੇ ਛੱਡਤੀ ਸੀ। ਮੈਂ ਲਾ ਆਪਣੀ ਪੂਰੀ ਕਰਨ ਲੱਗਾ ਸੀ, ਬਟ ਉੱਥੇ ਵੀ ਜੇਲ੍ਹ ਦੇ ਅੰਦਰ ਵੀ ਜਿਹੜੀ ਹਰ ਵੇਲੇ ਨਾ ਟੈਨਸ਼ਨ ਇਹੀ ਬਣੀ ਹੋਈ ਸੀ ਵੀ ਇਹਨੂੰ ਮਾਰੋ ਜੇਲ੍ਹ 'ਚ, ਤੇ ਮੇਰੀ ਉੱਥੇ ਵੀ ਜਿਹੜਾ ਦਿਮਾਗ ਸਾਰਾ ਪਾਸੇ ਘੁੰਮਦਾ ਹੀ ਰਿਹਾ। 2014 ਚ ਮੈਂ ਬਾਹਰ ਆਇਆ। 2014 ਚ ਬਾਹਰ ਆ ਕੇ ਇਹ ਹੁਣ ਰੱਬ ਜਾਣੇ ਜਿਹੜਾ ਬੰਦਾ ਮੈਨੂੰ ਸਿੱਧਾ ਆ ਕੇ ਮਿਲਿਆ, ਕਿਉਂਕਿ ਮੈਂ ਤਾਂ ਪਿਛਲੇ 10 ਸਾਲ ਤੋਂ ਬਾਹਰਲੀ ਦੁਨੀਆ ਤੋਂ ਆਊਟ ਆਫ ਕੱਟ ਸੀ। ਮੈਨੂੰ ਬਾਹਰਲੀ ਦੁਨੀਆ ਦਾ ਕਿਸੇ, ਜਦੋਂ ਆਈ ਵਾਜ਼ ਇਨ ਸਰਵਿਸ, ਕੋਈ ਚੰਗਾ ਮਾੜਾ ਬੰਦਾ ਉੱਠਦਾ ਸੀ ਤਾਂ ਮੈਨੂੰ 5-7 ਦਿਨ 'ਚ ਉਹਦਾ ਪਤਾ ਲੱਗ ਜਾਂਦਾ ਸੀ, ਭਾਵੇਂ ਉਹ ਚੰਡੀਗੜ੍ਹ ਦਾ ਸੀ, ਭਾਵੇਂ ਉਹ ਕਿਤੇ ਦਾ ਸੀ। ਮੇਰਾ ਪੜ੍ਹਨ ਦਾ ਸਿਸਟਮ, ਮੇਰਾ ਘਰ-ਬਾਰ ਸਾਰਾ ਚੰਡੀਗੜ੍ਹ ਨੂੰ, ਪੋਸਟਿੰਗ ਮੇਰੀ ਸਰਹੰਦ ਹੋਵੇ ਜਾਂ ਲੁਧਿਆਣੇ ਹੋਵੇ, ਮਾੜੇ ਚੰਗੇ ਬੰਦੇ ਸਾਰੇ ਜਿਹੜੇ ਨੇ ਮੈਂ ਨਿਗਾਹ 'ਚ ਰੱਖਦਾ ਸੀ। ਇਸ ਕੋਡੇ ਸਕੂਟੇ ਬਾਰੇ ਜੇਲ੍ਹ ਮੈਂ ਕਦੇ ਸੁਣਿਆ ਹੀ ਨਹੀਂ ਸੀ। ਤੇ ਕੈਟ ਐਕਚੁਅਲੀ ਸੀਗਾ ਕੀ? ਕੈਟ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਬੰਦਾ ਕੋਈ ਮਾੜਾ ਹੁੰਦਾ, ਅੱਤਵਾਦੀਆਂ ਨਾਲ ਸੰਬੰਧਿਤ ਹੁੰਦਾ, ਲੁੱਟਾਂ ਖੋਹਾਂ ਨਾਲ ਸੰਬੰਧਿਤ ਹੁੰਦਾ, ਜਦੋਂ ਉਹ ਫੜਿਆ ਜਾਂਦਾ ਉਹਦੀ ਪੁੱਛਗਿੱਛ ਹੁੰਦੀ ਹੈ, ਥਾਰੋਲੀ ਇੰਟਰੋਗੇਸ਼ਨ ਹੁੰਦੀ ਹੈ। ਇੰਟਰੋਗੇਸ਼ਨ ਦੇ ਵਿੱਚ ਉਹ ਦੱਸਦਾ ਬਾਕੀ ਦੇ ਆਪਣੇ ਸੰਬੰਧੀਆਂ ਦਾ ਨਾਮ, ਫਲਾਣਾ। ਹੁਣ ਹਰ ਇੱਕ ਬੰਦੇ ਨੂੰ ਅਸੀਂ ਬਾਈ ਫੇਸ ਤਾਂ ਜਾਣਦੇ ਨਹੀਂ ਹੁੰਦੇ। ਇੰਟਰੋਗੇਸ਼ਨ 'ਚ ਉਹਦਾ ਨਾਂ ਆ ਜਾਂਦਾ, ਜਿਵੇਂ ਕਿ ਕਿਸੇ ਦਾ ਆ ਜਾਵੇ ਸਰਬਜੀਤ ਲਾ ਲਓ, ਰਜਿੰਦਰ ਲਾ ਲਓ। ਹੁਣ ਸਾਨੂੰ ਕੀ ਪਤਾ ਸਰਬਜੀਤ ਕੌਣ ਹੈ, ਕਿੱਥੇ ਹੈ? ਉਹ ਫਿਰ ਇਹਨੂੰ ਪੁੱਛੀਦਾ ਵੀ ਤੈਨੂੰ ਮੈਕਸੀਮਮ ਕਿਹੜੀਆਂ ਜਗ੍ਹਾ ਤੇ ਉਹ ਮਿਲਦਾ ਹੁੰਦਾ ਸੀ, ਤੁਹਾਡੀ ਮੀਟਿੰਗਸ ਕਿੱਥੇ ਹੁੰਦੀਆਂ ਸਨ? ਉਹ ਕਹਿੰਦਾ ਜੀ ਕਾਲੇ ਸ਼ੀਸ਼ੇ ਵਾਲੀ ਗੱਡੀ ਮੰਗਾ ਲਓ ਜੀ, ਕਾਲੇ ਸ਼ੀਸ਼ੇ ਵਾਲੀ ਗੱਡੀ 'ਚ ਉਹਨੂੰ ਬਿਠਾ ਦੇਣਾ। ਮੈਂ ਇੰਚਾਰਜ ਸੀ, ਅਸੀਂ ਨਾਲ ਲੈ ਕੇ ਜਿੱਥੇ ਇਹਨਾਂ ਦੀ ਮੀਟਿੰਗਸ ਹੁੰਦੀਆਂ ਸੀ ਵੀ ਇਹਨਾਂ ਦਾ ਆਣਾ ਇੱਥੇ ਹੁੰਦਾ, ਉੱਥੇ ਅਸੀਂ ਘੁੰਮਦੇ ਰਹਿੰਦੇ ਸੀ। ਜਦੋਂ ਉਹ ਬੰਦਾ ਸਾਹਮਣੇ ਆਉਂਦਾ ਸੀ, ਮੇਰੇ ਕੋਲ ਵਾਕੀ ਟਾਕੀ ਹੁੰਦਾ ਸੀ, ਮੈਂ ਪਿਛਲੀ ਗੱਡੀ ਨੂੰ ਕਹਿੰਦਾ ਸੀ ਵੀ ਆ ਜਿਹੜਾ ਬਲੂ ਕਮੀਜ਼ ਵਾਲਾ ਬੰਦਾ ਇਹਨੂੰ ਫੜ ਕੇ ਪਿੱਛੇ ਬਿਠਾ ਲਓ। ਮੈਂ ਗੱਡੀ 'ਚ ਬਾਹਰ ਨਹੀਂ ਸੀ ਆਉਂਦਾ, ਪਿਛਲੀ ਗੱਡੀ CRP ਵੀ ਹੁੰਦੀ ਸੀ। ਉਹ ਜਿਹੜਾ ਕੈਟ ਆਪਰੇਸ਼ਨ ਸੀਗਾ, ਹੁਣ ਇਸ ਬੰਦੇ ਨੇ ਜਿਹਨੂੰ ਰੈਕੋਗਨਾਈਜ਼ ਕੀਤਾ ਉਹਨੇ ਮੈਨੂੰ ਦੱਸਿਆ। ਮੈਂ ਕੈਟ ਤੇ ਕਿੰਨੀਆਂ ਟੀਮਾਂ ਸੀ ਉਸ ਟਾਈਮ ਪੰਜਾਬ ਵਿੱਚ? ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੈੱਡਕੁਆਰਟਰ CIA ਨਾਲ 2 ਟੀਮਾਂ ਅਟੈਚ ਹੁੰਦੀਆਂ ਸੀ। ਹਰ ਇੱਕ ਜ਼ਿਲ੍ਹਾ ਆਪਣੀ ਕੈਟ ਪਾਰਟੀ ਕੱਢਦਾ ਸੀ ਅਲੱਗ। ਇਹ ਸ਼ੁਰੂ ਹੋਇਆ ਅੰਮ੍ਰਿਤਸਰ ਤੋਂ, ਜਲੰਧਰ ਤੋਂ, ਫਿਰ ਲੁਧਿਆਣੇ ਤੋਂ ਜਦੋਂ ਸ਼ੁਰੂ ਹੋਇਆ, ਉਹ ਸਾਰੀ ਜਿੰਨੀ ਕੈਟ ਪਾਰਟੀ, 2 ਪਾਰਟੀਆਂ ਜਾਣ ਜਾਂ 3 ਜਾਣ, ਉਹ ਸਾਰੀਆਂ ਦਾ ਇੰਚਾਰਜ ਮੈਂ ਸੀ। ਜੇ ਅਸੀਂ ਅਫਵਾਹਾਂ ਤੇ ਬਿਲਕੁਲ ਨਾ ਜਾਈਏ, ਸਿਰਫ ਤੁਹਾਡੇ ਵੇਰਵਿਆਂ ਦੇ ਮੁਤਾਬਿਕ ਜਾਈਏ, ਤਾਂ ਜੋ ਕੈਟ ਕਰ ਰਹੀ ਸੀ ਉਹ ਗੈਰ ਸੰਵਿਧਾਨਿਕ ਹੈਗਾ, ਬਿਲਕੁਲ ਉਹ ਮਨੁੱਖੀ ਅਧਿਕਾਰਾਂ ਦੇ ਬਿਲਕੁਲ ਵਿਰੁੱਧ ਹੈ। ਦੇਖੋ, ਕਿਸੇ ਬੰਦੇ ਨੂੰ ਫੜ ਕੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣਾ 342 ਧਾਰਾ ਪਈ ਜਾਂਦੀ ਹੈ। ਕਿਸੇ ਬੰਦੇ ਨੂੰ ਬਿਨਾਂ ਕੋਰਟ 'ਚ ਪੇਸ਼ ਕੀਤੇ, ਬਿਨਾਂ ਰਿਮਾਂਡ ਲਏ, ਬਿਨਾਂ ਪੁੱਛਗਿੱਛ, ਤੁਸੀਂ ਹੁਣ ਜਿਹੜੀ ਮੈਂ ਪਰਸੋਂ ਵੀ ਰਾਤ ਮੇਰੀ ਟਾਕ ਸ਼ੋਅ ਹੋਈ ਤੇ ਚਰਨ ਸੈਦਪੁਰ, ਤਕਰੀਬਨ 1.5 ਸਾਲ ਤੱਕ ਉਹ ਸਾਡੇ ਨਾਲ ਰਿਹਾ, ਉਹਨੂੰ ਕੋਈ ਕੋਰਟ 'ਚ ਨਹੀਂ ਪੇਸ਼ ਕੀਤਾ ਗਿਆ। ਇਲੀਗਲ ਉਹਨੂੰ ਆਪਾਂ ਕਹਿ ਸਕਦੇ ਕਸਟਡੀ ਦੇ ਵਿੱਚ ਰੱਖਿਆ ਗਿਆ। ਉਹ ਉੱਥੇ ਵੀ ਜਦੋਂ ਇਸ ਵੇਲੇ ਸ਼ਟਲ ਗੁਰਦੁਆਰੇ 'ਚੋਂ ਪ੍ਰਧਾਨ ਹੈ, ਉਹਨੂੰ ਜਦੋਂ ਪੁੱਛਿਆ ਕਹਿੰਦਾ ਨਹੀਂ ਜੀ 1.5 ਸਾਲ ਨਹੀਂ ਮੈਂ ਰਿਹਾ, ਮੈਂ ਤਾਂ 1 ਸਾਲ ਰਿਹਾ। ਚਲੋ ਜੇ 1 ਸਾਲ ਵੀ ਉਹ ਰਿਹਾ ਤਾਂ ਉਹਨਾਂ ਨੂੰ ਜਿਹੜਾ ਰੱਖਿਆ ਜਾਂਦਾ ਸੀ CRP ਦੇ ਹੈੱਡਕੁਆਰਟਰਾਂ ਦੇ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਸੀ। ਸਵੇਰੇ ਮੈਂ ਹੀ ਜਾਂਦਾ ਸੀ, 8 ਵਜੇ ਉੱਥੋਂ ਲੈ ਕੇ ਆਉਂਦਾ ਸੀ, ਸ਼ਾਮ ਨੂੰ ਛੱਡਿਆ ਆਉਂਦਾ ਸੀ। ਮੈਂ ਉਹਨੂੰ ਕਿਹਾ ਵੀ ਤੁਸੀਂ ਛੱਡੋ ਇਹਨੂੰ, ਕੋਈ 1 ਸਾਲ ਵੀ ਨਾ ਬੰਨੇ, 6 ਮਹੀਨੇ ਬੰਦਾ। ਉਹ 6 ਮਹੀਨੇ ਦੇ ਦੌਰਾਨ ਸਵੇਰੇ ਅਸੀਂ ਚੌੜੇ ਬਾਜ਼ਾਰ, PAU, GNE, ਹਰ ਬੰਦਾ ਲੁਧਿਆਣੇ ਪੰਜਾਬ ਦਾ ਕੋਈ ਵੀ ਸੰਬੰਧਿਤ ਹੋਵੇ ਉਹ ਬਾਜ਼ਾਰਾਂ ਬਜ਼ੁਰਾਂ 'ਚ ਜ਼ਰੂਰ ਆਉਂਦਾ। ਉਹਨੇ ਜਿਹਨੂੰ ਵੀ ਦੇਖਿਆ ਉਹਨੇ ਕਹਿਤਾ ਇਹ ਹੈ, ਉਹਦੇ ਮੁਤਾਬਕ ਇਸ਼ਾਰਾ ਕਰਦੇ ਉਹ ਬੰਦੇ ਫੜੇ ਗਏ। ਹੁਣ ਮੈਂ ਲਾਸਟ ਟਾਈਮ ਤੋਂ ਕਿੰਨੇ ਚਿਰ ਤੋਂ ਇਹਨਾਂ ਨੂੰ ਕਹਿ ਰਿਹਾ ਵੀ ਸਾਨੂੰ ਕਿਸੇ ਨੂੰ ਕੈਟ ਦਾ ਮਤਲਬ ਪਤਾ ਹੀ ਹੈ ਨਹੀਂ।
ਜਦੋਂ ਮੈਂ ਐਜ਼ ਏ ਕਾਂਸਟੇਬਲ ਭਰਤੀ ਹੋ ਗਿਆ 1987 ਚ ਹੋ ਗਿਆ, ਤੇ ਮੇਰਾ ਕੈਟ ਨਾਲ ਕੀ ਸੰਬੰਧ ਹੈ ਜੀ? ਔਰ ਮੈਂ ਇਹਨਾਂ ਨੂੰ ਵਾਰ-ਵਾਰ ਕਹਿੰਦਾ ਜੇ ਮੇਰੇ ਖਿਲਾਫ ਕਿਸੇ ਦੇ ਕੋਲ ਕੋਈ ਸਬੂਤ ਹੈ ਤਾਂ ਲਿਆਓ, ਪੇਸ਼ ਕਰੋ। ਗੱਲ ਸਬੂਤਾਂ ਤੇ ਆ ਜਾਂਦੀ ਹੈ, ਸਬੂਤ ਛੱਡੇ ਹੀ ਨਹੀਂ ਗਏ। ਪਰ ਜਿਹੜੇ ਉਸ ਵਕਤ ਕੈਟ ਵਿੱਚ ਭਰਤੀ ਸੀਗੇ, ਜਿਵੇਂ ਅੱਜ ਤੁਸੀਂ ਹੈਗੇ ਹੋ, ਤੁਹਾਡੇ ਵਿਰੁੱਧ ਕੇਸ ਹੈਗੇ ਆ, ਬਾਕੀ ਕੈਟ ਤੇ ਕਿੱਥੇ ਨੇ? ਮੇਰੇ ਖਿਲਾਫ ਕੋਈ ਕੇਸ ਨਹੀਂ। ਨਹੀਂ, ਪਰ ਚਲੋ ਗੋਲਾ ਮਰਡਰ ਕੇਸ 2001 ਚ ਹੋਇਆ। 2001 ਚ ਕੋਈ ਅੱਤਵਾਦੀ ਨਹੀਂ ਸੀ। ਪਰ ਜਿਹੜੇ ਬਾਕੀ ਕੈਟ ਤੇ ਸੀਗੇ ਉਹ ਕਿੱਥੇ ਨੇ ਅੱਜ? ਉਹ ਦੇਖੋ ਕਰਦੇ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ। ਹੁਣ ਜੇ ਆਪਾਂ ਅੱਜ ਦੀ ਜਿਹੜੀ ਦੇਖਦੇ 26-27 ਜ਼ਿਲ੍ਹੇ ਨੇ, ਉਦੋਂ 13-14 ਜ਼ਿਲ੍ਹੇ ਸੀਗੇ। ਉਹ 26-27 ਜ਼ਿਲ੍ਹਿਆਂ ਦਾ ਹਰ ਇੱਕ ਜ਼ਿਲ੍ਹੇ ਦਾ ਇੰਚਾਰਜ ਜਿਹੜਾ ਐਸਐਸਪੀ ਹੁੰਦਾ, ਉਹ ਜਿਹੜੀ ਕੈਟ ਪਾਰਟੀ ਆ ਉਹ ਐਸਐਸਪੀ ਦੇ ਅੰਡਰ ਹੈ। ਅਸੀਂ ਤਾਂ ਜੋ ਕੁਝ ਦੇਖਿਆ ਦਿਖਾਇਆ, ਅਸੀਂ ਆਪਣੇ ਬਾਰੇ ਗੱਲ ਕਰ ਸਕਦੇ ਹਾਂ। ਦੂਜੇ ਜ਼ਿਲ੍ਹਿਆਂ ਦੀ ਗੱਲ ਤਾਂ ਉਹਨਾਂ ਦੇ ਹੈੱਡ ਜਾਂ ਉਹ ਦੱਸਣਗੇ। ਪਰ ਸਰਕਾਰਾਂ ਬਦਲ ਗਈਆਂ, ਜਿਹੜੇ ਬੰਦਿਆਂ ਨੇ ਇਹੋ ਜਿਹੇ ਕੰਮ ਕੀਤੇ ਉਹ ਅਜੇ ਵੀ ਸਿਸਟਮ ਵਿੱਚ ਨੇ, ਉਹਨਾਂ ਨੂੰ ਰਿਵਾਰਡ ਕੀਤਾ ਗਿਆ, ਉਹ ਅੱਗੇ ਪਹੁੰਚੇ ਨੇ, ਅੱਗੇ ਵੱਡੀਆਂ ਪੋਸਟਾਂ ਤੇ ਵੀ ਪਹੁੰਚੇ ਨੇ। ਤਾਂ ਇਹਦਾ ਮਤਲਬ ਜੇ ਅਸੀਂ ਦੇਖੀਏ, ਜੋ ਜਨਤਾ ਦੇ ਦਿਮਾਗ 'ਚ ਆਉਂਦਾ ਹੈ ਕਿ ਸਰਕਾਰਾਂ ਭਾਵੇਂ ਕਿਹੜੇ ਵੀ ਪਾਰਟੀ ਤੋਂ ਹੋਣ, ਗੱਲ ਉਹਨਾਂ ਵਾਸਤੇ ਇੱਕੋ ਹੀ ਹੁੰਦੀ ਹੈ। ਬਿਕੋਜ਼ ਜਦ ਇੱਕ ਸਰਕਾਰ ਸੱਤਾ ਵਿੱਚ ਆਉਂਦੀ ਹੈ, ਉਹ ਜਾਣਦੀ ਹੈ ਕਿ ਇਸ ਮੁਲਾਜ਼ਮ ਦਾ ਪਿਛਲਾ ਵੇਰਵਾ ਕੀ ਸੀ, ਇਹਨੇ ਕੀ ਕੀਤਾ ਹੈਗਾ। ਸੋ ਉਹਨਾਂ ਲਈ ਉਸ ਵਕਤ ਜੇ ਅਸੀਂ ਕਹੀਏ ਹਾਂ ਅਕਾਲੀ ਪੰਜਾਬ ਵਿੱਚ ਸ਼ਾਂਤੀ ਬਣਾਉਣਾ ਹੈ, ਉਹ ਜਾਣਦੇ ਸਨ ਕਿ ਕਿਹੜੇ ਪੁਲਿਸ ਅਫਸਰ ਨੇ ਕਿਸ ਵਕਤ ਕਿੰਨੇ ਬੰਦੇ ਮਾਰੇ ਨੇ, ਤੇ ਸਿਰਫ ਸਰਕਾਰਾਂ ਵਾਸਤੇ ਉਹ ਸਭ ਮਾਨਿਆ ਨਹੀਂ ਰੱਖਦਾ ਹੈਗਾ। ਦੇਖੋ ਇਹ ਕੋਈ ਸਾਡੇ ਮੇਰੇ ਲੈਵਲ ਦੀ ਗੱਲ ਨਹੀਂ ਗੀ, ਇਹ ਬਹੁਤ ਵੱਡੀ। ਨਹੀਂ, ਮੈਂ ਤੁਹਾਡੇ ਅਨੁਭਵ ਦੀ ਗੱਲ ਕਰ ਰਹੀ ਹਾਂ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਤੁਸੀਂ ਦੋਨੋਂ ਸਭ ਸਰਕਾਰਾਂ ਥੱਲੇ ਕੰਮ ਕੀਤਾ ਹੈ? ਤੁਹਾਨੂੰ ਲੱਗਦਾ ਕਿ ਹਾਂ ਅੱਜ ਸਰਕਾਰ ਵਿੱਚ ਆਈਏ ਤੇ ਹੁਣ ਮੇਰੇ ਤਾਂ ਕੋਈ ਉਹਨਾਂ ਨੂੰ ਕੋਈ ਫਰਕ ਪਿਆ ਹੈ ਕਿ ਹਾਂ ਮੈਂ ਪਿੱਛੇ ਮਨੁੱਖੀ ਅਧਿਕਾਰਾਂ ਦੀ ਨਹੀਂ ਉਲੰਘਣਾ ਕੀਤੀ ਹੈਗੀ, ਮੈਂ ਉਸ ਸਿਸਟਮ ਦਾ ਹਿੱਸਾ ਸੀ। ਤੁਸੀਂ ਤਾਂ ਆਪਣੀ ਡਿਊਟੀ ਨਿਭਾਈ, ਬਿਕੋਜ਼ ਤੁਸੀਂ ਪੁਲਿਸ ਭਰਤੀ ਹੋ ਤਾਂ ਤੁਹਾਨੂੰ ਜੋ ਆਰਡਰ ਮਿਲੇਗਾ ਤੁਸੀਂ ਕਰੋਗੇ, ਇਹ ਇੱਕ ਪੁਲਿਸ ਆਫੀਸਰ ਦੇ ਉਹਦੇ ਵਿੱਚ ਆ ਜਾਂਦਾ ਹੈਗਾ। ਪਰ ਤੁਹਾਨੂੰ ਆਪਣਾ ਅਨੁਭਵ ਕਿੱਦਾਂ ਲੱਗਦਾ ਹੈ ਕਿ ਸਰਕਾਰਾਂ ਦਾ ਰਵੱਈਆ ਪਾਰਟੀ ਤੋਂ ਪਾਰਟੀ ਬਦਲਦਾ ਹੈ ਕਿ ਉਹਨਾਂ ਵਾਸਤੇ ਬਸ? ਦੇਖੋ ਪਾਣੀ ਮੁੜ ਕੇ ਨਾ ਫੇਰ ਨੀਵੀਂ ਥਾਂ ਆ ਜਾਂਦਾ। ਸਭ ਤੋਂ ਪਹਿਲਾਂ ਇਹ ਜਿਹੜਾ ਆਪਰੇਸ਼ਨ ਸੀਗਾ, ਇਹ ਮੁਹੰਮਦ ਇਜ਼ਹਾਰ ਆਲਮ ਨੇ ਅੰਮ੍ਰਿਤਸਰ ਤੋਂ ਕੈਟ ਆਪਰੇਸ਼ਨ ਸ਼ੁਰੂ ਕੀਤਾ ਸੀ। ਔਰ ਮੇਰਾ ਖਿਆਲ ਸਾਡੇ ਜ਼ਿਲ੍ਹਾ ਹੀ ਤਾਂ ਜਿੰਨੀ ਵੀ ਠੀਕ ਠਾਕ ਹੀ ਰਿਹਾ, ਜਿੰਨਾ ਘਾਣ ਉੱਥੇ ਹੋਇਆ ਇਸ ਗੱਲ ਦਾ। ਮੁਹੰਮਦ ਇਜ਼ਹਾਰ ਆਲਮ ਨੂੰ ਇਹਨਾਂ ਨੇ ਟਿਕਟ ਦੇ ਕੇ ਐਮਐਲਏ ਬਣਾ ਕੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਤਾ। ਠੀਕ ਹੈ ਜੀ। ਹੁਣ ਜੇ ਮੈਂ ਉਸ ਗੱਲ ਤੇ ਕੋਈ ਕਿੰਤੂ ਪਰੰਤੂ ਕਰਾਂ, ਮੇਰੇ ਆਪਣੇ ਕੇਸ ਨਾਲ ਜੁੜੇ ਨਾਲ ਸੰਬੰਧਿਤ ਐਸਐਸਪੀ ਕੁਲਦੀਪ ਸਿੰਘ ਦੇ ਖਿਲਾਫ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਪਰਚਾ ਦਰਜ ਹੋਇਆ, ਉਹ ਜੋ ਕਿ ਮੇਰਾ ਨਿੱਜੀ ਆਪਣਾ। ਹੁਣ ਤੁਸੀਂ ਤਾਂ ਕਹੀ ਜਾਂਦੇ ਸਾਰੀ ਗੱਲ ਠੀਕ ਹੈ, ਉਹ ਕੁਲਦੀਪ ਸਿੰਘ ਦੇ ਖਿਲਾਫ ਪਰਚਾ ਅਜੇ ਵੀ ਸਟੈਂਡ ਕਰ ਰਿਹਾ ਹੈ ਹਾਈ ਕੋਰਟ 'ਚ। ਉਹਨੂੰ ਕਿਸੇ ਨੇ ਨਹੀਂ ਪੁੱਛਿਆ, ਉਹਨੂੰ ਡੀਆਈਜੀ ਬਣਾਤਾ, ਡੀਆਈਜੀ ਤੋਂ ਆਈਜੀ ਬਣਾਤਾ, ਜਦੋਂ ਕੋਈ ਕ੍ਰਿਮੀਨਲ ਕੇਸਿਸ ਪੈਂਡਿੰਗ ਅਗੇਂਸਟ ਹਿਮ। ਉਸ ਗੱਲ ਤੇ ਤਾਂ ਕੋਈ ਆਉਣ ਨੂੰ ਤਿਆਰ ਹੀ ਨਹੀਂ, ਨਾ ਕੋਈ ਸੁਣਨ ਨੂੰ ਤਿਆਰ ਹੈ। ਜੇ ਮੈਂ ਕੋਈ ਗੱਲ ਆਪਣੇ ਮਨ ਚੋਂ ਦੁਖੀ ਹੋ ਕੇ ਆਪਣੀ ਆਤਮਾ ਦੀ ਆਵਾਜ਼ ਨਾਲ ਵੀ ਕੀਤੀ ਹੈ, ਉਹ ਕਰਨ ਦਾ ਮੈਨੂੰ ਕੀ ਇਲਜ਼ਾਮ? ਸਾਰੇ ਮੈਨੂੰ ਕਹਿ ਰਹੇ ਵੀ ਹੁਣ ਕਿਉਂ ਬੋਲਿਆ, ਪਹਿਲਾਂ ਕਿਉਂ ਨਹੀਂ ਬੋਲਿਆ। ਉਹ ਮੈਂ 2014 ਚ ਬਾਹਰ ਆਇਆ, ਬਾਹਰ ਆ ਕੇ ਮੈਂ ਆਪਣੇ ਬੱਚੇ ਦੇਖੇ, ਆਪਣਾ ਘਰ-ਬਾਰ ਖੇਤੀਬਾੜੀ ਦੇਖੀ। ਦੇਖਣ ਤੋਂ ਬਾਅਦ ਮੈਨੂੰ ਇਹਨਾਂ ਨੇ 50 ਲੱਖ ਰੁਪਏ ਲੈ ਕੇ ਲੁੱਟ ਲਿਆ। ਔਰ ਜੋ ਕਿ ਸਿੱਧੀ ਇਹਨਾਂ ਦੀ 7 ਦਿਨ ਮੈਨੂੰ ਬਹਾਲ ਕਰਕੇ 7 ਦਿਨਾਂ ਬਾਅਦ ਆਰਡਰ ਵਾਪਸ ਲੈ ਲਿਆ। ਜੇ ਇੱਕ ਤਮਾਸ਼ਾ ਹੀ ਕਰਨਾ ਸੀ ਤਾਂ ਬਹਾਲ ਕਰਨ ਦੀ ਲੋੜ ਵੀ ਕੀ ਸੀਗੀ? ਮੇਰੀ ਉਹਨਾਂ ਨੂੰ ਸੋਚਿਆ ਨਹੀਂ ਸੀ ਕਿ ਲੋਕਾਂ ਵੱਲੋਂ ਇੰਨਾ ਰੋਸ ਹੋਏਗਾ। ਬਿਕੋਜ਼ ਰੋਸ ਤਾਂ ਹੋਇਆ ਹੀ ਨਹੀਂ। ਡੀਆਈਜੀ ਨੇ ਤੁਹਾਡੇ ਵੱਲੇ ਬੋਲਿਆ ਕਿ ਤੁਹਾਡਾ ਰਿਕਾਰਡ ਬਹੁਤ ਵਧੀਆ ਹੈ, ਤੇ ਉਸ ਰਿਕਾਰਡ ਦੇ ਸਿਰ ਤੇ ਤੁਹਾਨੂੰ ਡੀਆਈਜੀ ਨੇ ਚਿੱਠੀ ਲਿਖੀ ਹੈਗੀ ਹੈ ਕਿ ਵੀ ਤੁਹਾਨੂੰ ਉਸ ਰਿਕਾਰਡ ਦੇ ਸਿਰ ਤੇ ਵਾਪਸ ਬਹਾਲ ਕਰ ਰਹੇ ਹਾਂ। ਉਹਦਾ ਰਿਪੋਰਟ ਤੁਸੀਂ ਇੱਥੇ ਹੀ ਸੀਗੇ, ਤੁਸੀਂ ਕੀ ਰਿਪੋਰਟ ਦੇਖਿਆ ਜਦੋਂ ਮੈਨੂੰ ਬਹਾਲ ਹੋਣ ਤੋਂ ਬਾਅਦ? ਕੀ ਰੌਲਾ ਪਿਆ ਮੈਨੂੰ ਦੱਸੋ, ਮੈਂ ਤਾਂ ਦੇਖਿਆ ਨਹੀਂ ਕੁਝ। ਆਈ ਵਾਜ਼ ਵੈਰੀ ਮਚ ਹੈ। ਬਟ ਇਹਨਾਂ ਨੇ ਇੱਕ ਉਹ ਰਾਤ ਨੂੰ 2:30 ਵਜੇ ਮੈਂ ਚਾਰ ਸਿਪਾਹੀ ਚਿੱਠੀ ਲੈ ਕੇ ਜ਼ਰੂਰ ਆਏ ਨੇ। ਮੈਂ ਕਿਹਾ ਯਾਰ ਕੋਈ ਨਹੀਂ, ਹੁਣ ਰਾਤ ਦੇ 2:30 ਵਜੇ ਹੋਏ ਨੇ, ਸਵੇਰੇ ਲੈ ਲਾਂਗੇ ਚਿੱਠੀ। ਚਲੋ ਹੋ ਗਿਆ, ਉਸ ਗੱਲ ਦਾ ਮੈਨੂੰ ਕੋਈ ਰੋਸ ਨਹੀਂ। ਮੈਂ ਬੜੀ ਹੁਮਲੀ ਜਾ ਕੇ ਏਡੀਜੀ ਇੰਟੈਲੀਜੈਂਸ ਨੂੰ ਰਿਕੁਐਸਟ ਕੀਤੀ ਵੀ ਸਰ ਗੱਲ ਇਹ ਹੈ, ਮੇਰੇ ਤੋਂ 50 ਲੱਖ ਰੁਪਏ ਲੈ ਗਿਆ, ਮੈਂ 10 ਸਾਲ ਪਹਿਲਾਂ ਜੇਲ੍ਹ 'ਚ ਰਿਹਾ, ਮੇਰੇ ਹਾਲਾਤ ਉਨੇ ਕੀ ਨੇ, ਆਪਾਂ ਨੂੰ ਨੌਕਰੀ ਲੋੜ ਨਹੀਂ, ਮੇਰੇ ਪੈਸੇ ਮੋੜ ਦੋ। ਅੱਛਾ, ਉਹਨਾਂ ਨੇ ਕਮਿਟਮੈਂਟ ਕਰ ਲਈ ਵੀ ਇਹ ਇਜ਼ ਇਟ ਫੈਕਟ? ਮੈਂ ਕਿਹਾ ਦਿਸ ਇਜ਼ ਦਾ ਫੈਕਟ। ਉਹ ਕਹਿੰਦੇ ਜੀ ਤੈਨੂੰ ਪੈਸੇ ਮਿਲ ਜਾਣਗੇ। 2-3 ਮਹੀਨੇ ਮੈਨੂੰ ਐਵੇਂ ਬੇਵਕੂਫਾਂ ਗੇੜੇ ਮਾਰੀ ਗਏ, ਗੇੜੇ ਮਾਰਨ ਤੋਂ ਬਾਅਦ ਮੈਨੂੰ ਕਹਿੰਦੇ ਜੋ ਕਰਨਾ ਕਰਨਾ, ਨਹੀਂ ਮਿਲਦੇ ਪੈਸੇ। ਅੱਜ ਤੁਹਾਡੇ ਕੋਲ ਇੱਕ ਐਫੀਡੇਵਿਟ ਜ਼ਰੂਰ ਹੈ ਉਸ ਮੁੰਡੇ ਦਾ ਜਿਹਨੇ ਤੁਹਾਡੇ 30 ਲੱਖ ਲਏ, ਬਟ ਤੁਹਾਡੇ ਕੋਲ ਜੇ ਤੁਸੀਂ ਅੱਗੇ ਕਹਿ ਰਹੇ ਹੋ ਕਿ ਹਾਂ ਉਹ ਪੈਸੇ ਉੱਥੋਂ ਅੱਗੇ ਕਿਹਦੇ ਕੋਲ ਕਿਹੜੇ ਸੀਨੀਅਰ ਅਫਸਰ ਕੋਲ ਗਏ, ਉਹਦੇ ਬਾਰੇ ਕੋਈ ਸਬੂਤ ਨਹੀਂ ਹੈਗਾ। ਉਹ ਆਬਵੀਅਸਲੀ ਨਹੀਂ ਹੈਗਾ। ਦੇਖੋ, ਜਿਸ ਦਿਨ ਉਹ ਮੁੰਡਾ ਫੜਿਆ ਗਿਆ, ਮੈਂ ਕੱਲ ਵੀ ਇਹ ਗੱਲ ਕਹੀ ਸੀ, ਉਹਦੇ ਖਿਲਾਫ ਇੱਕ ਪਰਚਾ
16 ਜੁਲਾਈ ਨੂੰ ਫਾਜ਼ਿਲਕਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਹੈ, ਉਹਦੀ FIR ਦੀ ਕਾਪੀ ਮੇਰੇ ਕੋਲ ਹੈਗੀ, ਮੈਂ ਤੁਹਾਨੂੰ ਦੇ ਸਕਦਾ। ਹੁਣ ਇਹਦਾ ਮਤਲਬ ਪੰਜਾਬ ਪੁਲਿਸ ਇੰਨੀ ਨਿਖਿੱਧ ਤਾਂ ਹੋ ਨਹੀਂ ਗਈ ਕਿ 6 ਮਹੀਨੇ ਉਸ ਪਰਚਾ ਦਰਜ ਹੋਣ ਤੋਂ ਬਾਅਦ DIG, ਮੈਂ ਉਸ ਇਲਾਕੇ ਦਾ, ਉਹਦੇ ਨਾਲ ਟੈਲੀਫੋਨ ਤੇ 25-30 ਮਿੰਟ ਦੂਜੀ ਲਾਈਨ ਤੇ ਮੈਂ ਸੀ, ਉਹ ਮੈਨੂੰ ਸੁਣਾ ਰਿਹਾ ਸੀ, ਕਹਿੰਦਾ ਦੇਖ ਅੰਕਲ ਮੇਰੇ ਕੋਲ ਉਹਦੀ ਆਵਾਜ਼ ਵੀ ਹੈਗੀ, ਮੈਂ ਉਹ ਵੀ ਪੇਸ਼ ਕਰ ਦਿੰਦਾ। ਉਹਦੇ ਨਾਲ ਗੱਲ ਕਰ ਰਿਹਾ ਸੀ, IG ਜੋਨਲ ਉਹਦੇ ਨਾਲ ਗੱਲ ਕਰ ਰਿਹਾ ਸੀ, ਅਸੀਂ ਕੰਪਰੋਮਾਈਜ਼ ਕਰ ਰਹੇ ਹਾਂ, ਮੈਨੂੰ ਤਾਂ ਘਬਰਾਈ ਨਾ, ਬਸ ਨਿਬੜ ਜਾਣਾ। ਤੇ ਅੱਜ ਤੱਕ ਉਹਨੂੰ ਤਾਂ 6 ਮਹੀਨੇ 'ਚ ਕਿਸੇ ਨੇ ਫੜਿਆ ਹੀ ਨਹੀਂ। ਮੈਂ ਕੱਲ ਵੀ ਕਿਹਾ ਸੀ, ਮੈਂ ਉਹਨੂੰ 6 ਘੰਟੇ ਘੜੀ ਤੇ ਗਣ ਕੇ ਦੇ ਦਿਓ, 6 ਘੰਟੇ ਬਾਅਦ ਉਹ ਹਿੰਦੁਸਤਾਨ ਦੇ ਜਿਸ ਕੋਨੇ 'ਚ ਹੋਏਗਾ ਮੈਂ ਉਹਨੂੰ ਚੱਕ ਲਿਆਉਂਗਾ। ਜਦੋਂ ਉਹ ਆ ਜਾਏਗਾ ਫਿਰ ਸਾਰੀ ਜਿਹੜੀ ਗੱਲਬਾਤ ਉਹ ਤੁਹਾਡੇ ਸਾਹਮਣੇ ਹੋ ਜਾਏਗੀ, ਪ੍ਰੂਫ ਦੀ ਤਾਂ ਕੋਈ ਲੋੜ ਹੀ ਨਹੀਂ। ਪਿੰਕੀ ਜੀ, ਇੱਕ ਵਕਤ ਹੁੰਦਾ ਸੀ ਕਿ ਲੋਕ ਤੁਹਾਡੇ ਨਾਮ ਤੋਂ ਡਰਦੇ ਸੀਗੇ, ਮਾਵਾਂ ਆਪਣੇ ਪੁੱਤਰ ਦੀ ਫਿਕਰ ਕਰਦੀਆਂ ਸੀ ਕਿ ਹਾਂ ਜੀ ਇੱਥੇ ਇਹਨਾਂ ਦਾ ਰਾਜ ਹੈਗਾ। ਅੱਜ ਤੁਸੀਂ ਬਿਲਕੁਲ ਪੁੱਠੇ ਪਾਸੇ ਆ ਗਏ ਹੋ, ਪੁਲਿਸ ਤੇ ਉਸ ਸਾਈਡ ਆ ਗਏ ਹੋ, ਤੁਹਾਨੂੰ ਪੁਲਿਸ ਦਾ ਤੁਹਾਡੇ ਤੇ ਕੰਟਰੋਲ ਨਹੀਂ ਹੈ, ਤੁਸੀਂ ਕਿਸੇ ਨੂੰ ਫੜ ਕੇ ਕੁਝ ਵੀ ਕਰਵਾ ਸਕਦੇ ਸੀਗੇ। ਅੱਜ ਉਹੀਓ ਪੁਲਿਸ ਤੁਹਾਡੇ ਤਰੀਕੇ ਤੁਹਾਡੇ ਉੱਤੇ ਅਜ਼ਮਾ ਰਹੀ ਹੈ। ਇਹ ਕਿੱਥੇ ਤੁਹਾਨੂੰ ਫੀਲ ਹੁੰਦਾ ਹੈ ਕਿ ਹਾਂ ਮੈਂ ਅੱਜ ਉਹਨਾਂ ਵਿਚਾਰਿਆਂ ਦੀ, ਦੇਖੋ ਇਹ ਮੇਰੀ ਬੈਡ ਲੱਕ ਸੀ, ਮੈਨੂੰ ਕੈਦ ਹੋਈ, ਕਨਵਿਕਸ਼ਨ ਹੋ ਗਈ, 10 ਸਾਲ ਮੈਂ ਇਹਨਾਂ ਦੇ ਬਿਲਕੁਲ ਸਿਸਟਮ ਤੋਂ ਕੱਟਿਆ ਗਿਆ। 10 ਸਾਲ ਮੈਂ ਕਿਸੇ ਨੂੰ ਬੋਲਿਆ ਨਹੀਂ, ਮੈਂ ਚੁੱਪ ਕਰਕੇ ਆਪਣਾ ਸਾਈਡ ਤੇ ਬੈਠਾ ਰਿਹਾ। ਤੇ ਚਲੋ ਮੇਰੇ ਮਹਾਰਾਜ ਵੱਲੋਂ ਜਿੰਨੀ ਹਿੰਮਤ ਹੈਗੀ ਆ, ਉਸ ਹਿੰਮਤ ਨਾਲ ਮੈਂ ਆ ਕੇ ਮੈਦਾਨ 'ਚ ਬੋਲਿਆ। ਮੇਰੇ 'ਚ ਅੱਜ ਵੀ ਜਿੰਨੀ ਦਿਨ ਮੈਂ ਜਿਉਂਦਾ, ਦੇਖੋ ਗੱਲ ਮੇਰੀ ਲੜਾਈ, ਫਿਰ ਹੁਣ ਤੁਸੀਂ ਮੈਨੂੰ ਪੁੱਛ ਰਹੇ ਵੀ ਤੁਸੀਂ ਹੁਣ ਕਿਉਂ ਬੋਲੇ। ਹੁਣ ਜੇ ਤੁਸੀਂ ਮੇਰੀ ਥਾਂ ਤੇ ਹੁੰਦੇ ਤੇ ਚਲੋ ਤੁਹਾਡੇ ਕੋਲ ਹੋਰ ਕੀ ਰਸਤਾ ਸੀ, ਮੈਨੂੰ ਤੁਸੀਂ ਉਹ ਦੱਸ ਦਿਓ। ਮੈਂ ਤਾਂ ਸ਼ੁਕਰਗੁਜ਼ਾਰ ਤੁਸੀਂ ਅੱਜ ਬੋਲ ਰਹੇ ਹੋ, ਕਿਉਂਕਿ ਚਲੋ ਦੇਰ ਆਏ ਦੁਰਸਤ ਆਏ, ਤੁਸੀਂ ਬੋਲੇ। ਬਹੁਤ ਲੋਕ ਜਿਹੜੇ ਇੰਨੇ 31 ਸਾਲਾਂ ਤੋਂ ਵੇਟ ਕਰ ਰਹੇ ਨੇ, ਉਹਨਾਂ ਨੂੰ ਇਹ ਪਤਾ ਚੱਲੇ ਕਿ ਹਾਂ ਸਾਡਾ ਬੱਚਾ ਨਹੀਂ ਰਿਹਾ, ਉਨੀ ਸ਼ਾਂਤੀ ਤਾਂ ਮਿਲੇਗੀ। ਭਾਵੇਂ ਅਸੀਂ ਨਿਆਂ ਦੀ ਗੱਲ ਤੇ ਬੜੀ ਦੂਰ ਬੈਠੀਏ, ਪਰ ਇੰਨਾ ਤਾਂ ਪਤਾ ਚੱਲੇਗਾ ਕਿ ਹमें ਉਮੀਦ ਕਰਨੀ ਬੰਦ ਕਰ ਦਾਂ। ਬਿਕੋਜ਼ ਮੈਂ ਹਾਲ ਵਿੱਚ ਹੀ ਹਿਊਮਨ ਰਾਈਟਸ ਦੇ ਐਡਵੋਕੇਟ ਹੈਗੇ ਲਖਨਪਾਲ ਜੀ ਨਾਲ ਬੈਠੀ ਸੀ, ਉਹ ਕਹਿੰਦੇ ਹਰ ਸਾਲ ਮੇਰੇ ਕੋਲ ਮਾਵਾਂ ਆਉਂਦੀਆਂ, 31 ਸਾਲ ਤੋਂ ਆਉਂਦੀਆਂ ਕਿ ਕਿੱਥੇ ਚੈੱਕ ਕਰ ਲੈ ਕਿਸੇ ਜੇਲ੍ਹ 'ਚ ਨਾ ਮੇਰਾ ਪੁੱਤਰ ਬੈਠਾ ਹੋਏ। ਤੁਹਾਨੂੰ ਉਹੋ ਜਿਹੇ ਕਿੰਨੇ ਪੁੱਤਰਾਂ ਬਾਰੇ ਪਤਾ ਹੋਏਗਾ ਜਿਨ੍ਹਾਂ ਨੂੰ ਕੋਈ ਹੁਣ ਉਮੀਦ ਨਹੀਂ ਰਹਿ ਗਈ ਹੈ। ਸੋ ਜੋ ਤੁਸੀਂ ਕਰ ਰਹੇ ਹੋ ਚਾਹੀਦਾ ਸੀਗਾ, ਪਰ ਅੱਜ ਅਸੀਂ ਦੇਖਿਆ ਨਹੀਂ ਕਿ ਕੋਈ ਹੋਰ ਵੀ ਇਹੋ ਜਿਹਾ ਆ ਕੇ ਆਪਣਾ ਖੁਲਾਸਾ ਕਰੇ। ਸੋ ਕਾਰਨ ਬਣ ਜਾਂਦੇ, ਪਰ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਹੈਗਾ, ਇਹਨੂੰ ਹੋਣਾ ਚਾਹੀਦਾ ਹੈਗਾ। ਪਰ ਅੱਜ ਤੁਹਾਨੂੰ ਕਿੱਥੇ ਉਹਨਾਂ ਦੀ ਪੀੜ ਦਾ ਵੀ ਅਹਿਸਾਸ ਹੋ ਰਿਹਾ ਹੈਗਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਹੁਤ ਭਾਵੇਂ ਉਹ ਅਵਤਾਰ ਸਿੰਘ ਗੋਲਾ ਮਰ ਗਿਆ, ਮੈਨੂੰ ਲਾਸਟ ਟਾਈਮ ਦੇ ਵਿੱਚ ਮੈਂ ਜਦੋਂ ਅੰਡਰ ਟ੍ਰਾਇਲ ਸੀਗਾ, ਮੇਰੇ ਕੇਸ ਦਾ ਫੈਸਲਾ ਹੋਇਆ, ਮੈਨੂੰ ਉਦੋਂ ਵੀ ਇਹ ਗੱਲ ਵਾਰ-ਵਾਰ ਪ੍ਰਤੀਤ ਹੁੰਦੀ ਸੀ, ਜਿਸ ਬੰਦੇ ਨੇ ਮਾਰਿਆ ਉਹਦੇ ਬਾਰੇ ਮੈਂ ਚੰਗੀ ਤਰ੍ਹਾਂ ਸਾਰੀ ਗੱਲ ਵੈਰੀਫਾਈ ਕੀਤੀ ਹੈ। ਔਰ ਉਹ ਘੁੰਮ ਘੁਮਾ ਕੇ ਕੋਈ ਵੀ ਬੰਦਾ ਇਸ ਗੱਲ ਨੂੰ, ਜਿਵੇਂ ਹੁਣ ਸੁਣਨ ਨੂੰ ਤਿਆਰ, ਪਿੰਕੀ ਨੇ ਮਾਰਤਾ, ਇਹ ਜੇ ਮੈਂ ਮਾਰਿਆ ਹੁੰਦਾ ਮੈਂ ਐਡਾ ਬੇਗੈਰਤ ਆਦਮੀ ਨਹੀਂ, ਮੈਂ ਸਾਫ਼ ਕਹਿੰਦਾ ਭਾਈ ਮੈਂ ਮਾਰਿਆ, ਮੈਥੋਂ ਹੋਇਆ। ਪਰ ਕਹਾਣੀ ਇਹ ਹੈ ਵੀ ਉਹ ਮੈਂ ਜਿੰਨੇ ਕੁ ਆਪਣੇ ਸਬੂਤ ਦੇ ਚੁੱਕਿਆ ਕਿ ਮੈਂ ਉਸ ਵੇਲੇ ਜਿੱਥੇ ਸੀਗਾ ਮੈਂ ਉਹ ਵੀ ਸਾਰਾ ਰਿਕਾਰਡ ਪੇਸ਼ ਕਰ ਚੁੱਕਿਆ। ਮੈਨੂੰ ਗੋਲੇ ਦੇ ਮਰੇ ਦਾ ਵੀ ਦੁੱਖ ਹੈ, ਇਹ ਗੱਲ ਨਹੀਂ ਕਿ ਮੈਨੂੰ ਉਹਦੇ ਮਰੇ ਦਾ ਨਹੀਂ ਦੁੱਖ। ਬਾਕੀ ਕਹਾਣੀ ਇਹ ਹੈ, ਜੇ ਮੇਰਾ ਜਿੰਨਾ ਕੁ ਉਦੋਂ ਮੈਂ ਹੈੱਡ ਕਾਂਸਟੇਬਲ 89 ਹੈੱਡ ਕਾਂਸਟੇਬਲ ਸੀ, ਹੈੱਡ ਕਾਂਸਟੇਬਲ ਦਾ ਕਿੰਨਾ ਕੁ ਦਾਇਰਾ ਹੁੰਦਾ ਹੈ ਇਹ ਤੁਸੀਂ ਆਪਣੇ ਆਪ ਸੋਚ ਸਕਦੇ ਹੋ। ਸਿਰਫ ਤੁਹਾਡਾ ਦਾਇਰਾ ਸਿਰਫ ਚੁੱਕਣ ਤੱਕ ਸੀਗਾ, ਜਿਵੇਂ ਤੁਸੀਂ ਕਿ ਤੁਸੀਂ ਚੁੱਕਣ ਵਾਲਾ ਵੀ ਮੈਂ ਇਕੱਲਾ ਨਹੀਂ ਸੀ ਹੁੰਦਾ, ਨਹੀਂ, ਉਹ ਵੀ ਇੱਕ ਟੀਮ ਹੁੰਦੀ, ਪਰ ਤੁਹਾਡਾ ਉਸ ਇੰਚਾਰਜ ਸਿਰਫ ਚੁੱਕਦੇ ਸੀ। ਪਰ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੁੰਦਾ ਸੀਗਾ, ਉਹਦੀ ਅੱਗੇ ਇਨਵੈਸਟੀਗੇਸ਼ਨ ਕਿਸ ਤੌਰ ਤੱਕ ਹੁੰਦੀ ਸੀ ਕਿ ਸ਼ੱਕ ਤੇ ਅਸੀਂ ਚੁੱਕ ਲਿਆ ਕਿ ਕਿਸੇ ਨੇ ਨਹੀਂ, ਸ਼ੱਕ ਤੇ ਤਾਂ ਕਿਸੇ ਨੂੰ ਚੁੱਕਿਆ ਹੀ ਨਹੀਂ ਗਿਆ। ਜਿਹੜਾ ਬੰਦਾ ਫਿਗਰ ਹੋ ਗਿਆ, ਹਰ ਮਹੀਨੇ ਚੰਡੀਗੜ੍ਹ ਇੰਟੈਲੀਜੈਂਸ ਡਿਪਾਰਟਮੈਂਟ ਤੋਂ ਇੱਕ ਰੈੱਡ ਬੁੱਕ ਛਪਦੀ ਸੀ, ਉਹਦੇ ਚ ਹਾਰਡ ਕੋਲਸ, ਨਾਨ ਹਾਰਡ ਕੋਲਸ, 212 216 ਹਾਈਡ ਆਊਟਸ, ਉਹ ਸਾਰੀ ਕਿਤਾਬ ਹਰ ਸੀਆਈ ਸਟਾਫ ਦੇ ਵਿੱਚ ਆਉਂਦੀ ਸੀ, ਜੋ ਕਿ ਉਹ ਇੱਕ ਸੀਮਤ ਹੁੰਦੀ ਸੀ SSP SPD ਤੇ ਸੀ ਇੰਸਪੈਕਟਰ ਤੱਕ। ਉਹਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਜ਼ਿਲ੍ਹੇ ਨੇ, ਕੋਈ ਅੰਮ੍ਰਿਤਸਰ ਦੇ ਵਿੱਚ ਲੁਧਿਆਣੇ ਦਾ ਬੰਦਾ ਜਾ ਕੇ ਫਿਗਰ ਹੋ ਗਿਆ, ਰਛਪਾਲ ਸਿੰਘ ਨਾਮ ਮੰਨ ਲਓ ਤੁਸੀਂ, ਹੁਣ ਉਹ ਰਛਪਾਲ ਸਿੰਘ ਉਹਨਾਂ ਨੂੰ ਚਾਹੀਦਾ, ਉਹ ਸਾਡੇ ਜ਼ਿਲ੍ਹੇ ਦੀ ਲਿਸਟ ਦੇ ਵਿੱਚ ਆ ਗਿਆ, ਇਹ ਆਪਾਂ ਰਛਪਾਲ ਸਿੰਘ ਨੂੰ ਫੜਨਾ। ਸ਼ੱਕ ਦੇ ਆਧਾਰ ਤੇ ਨਹੀਂ ਆਪਾਂ ਕਹਿ ਸਕਦੇ। ਉਹ ਜਿੰਨੇ ਲਿਸਟਡ ਬੰਦੇ ਸੀ, ਹੁਣ ਜਿਵੇਂ ਪਹਿਲਾਂ ਹਾਰਡ ਕੋਰਸ ਦੀ ਲਿਸਟ ਆਉਂਦੀ ਸੀ ਜਿਹਦੇ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਗਾਮਾ, ਰਛਪਾਲ ਚੰਦੜਾ, ਰਵਿੰਦਰ ਪੌਤ, ਇਹ ਸਾਰੇ ਹਾਰਡ ਕੋਰ 20 ਲੱਖ ਦੀ ਲਿਸਟ ਦੇ ਵਿੱਚ ਹਰਕੇਵਲ ਸਰਾਭਾ ਸਾਡਾ ਹੀ ਪੰਜਾਬ ਪੁਲਿਸ ਦਾ ਸਿਪਾਹੀ ਭੱਜਿਆ ਹੋਇਆ ਸੀ, ਭੱਜਿਆ ਉਹਨੂੰ ਜੂ ਚੇਸ ਕਰਦੇ ਕਰਦੇ ਅਸੀਂ ਕਲਕੱਤੇ ਤੱਕ ਪਹੁੰਚ ਗਏ। ਕਲਕੱਤੇ ਜਾ ਕੇ ਉਹਦਾ ਤਾਂ ਮੇਰਾ ਐਨਕਾਊਂਟਰ ਹੋਇਆ ਸੀ, 13-14 ਪੁਲਿਸ ਅਫਸਰ ਸੀ, ਉਹਦਾ DSP ਵੀ ਕਮਾਲ ਸੀ।
ਔਰ ਮੈਨੂੰ ਅਜੇ ਵੀ ਯਾਦ ਹੈ ਕਿ 15-20 ਮਿੰਟ ਸੜਕ ਦੇ ਉੱਤੇ ਸਾਡੀ ਗੋਲੀ ਮੇਰੀ ਤੇ ਉਹਦੀ, ਉਹ ਕਾਂਸਟੇਬਲ ਪੀਏਯੂ ਚੋਂ ਭੱਜਿਆ ਆਇਆ ਸੀਗਾ। ਮੈਂ ਸੀਆਈ ਪੋਸਟਰ ਸੀ, ਪਰ ਮੈਂ ਉਹਦੀ ਸ਼ਕਲ ਕਦੇ ਦੇਖੀ ਨਹੀਂ ਸੀ। ਉੱਥੇ ਇੱਕ ਦੁਮਰੀ ਜਗ੍ਹਾ ਹੈ ਗਿਰਡੀ ਬਿਹਾਰ 'ਚ, ਉੱਥੇ ਸਾਡੀ ਗੋਲੀ ਚੱਲੀ। ਚਲੋ ਗੋਲੀ ਦੇ ਵਿੱਚ ਆਫਟਰ ਆਲ ਜੋ ਵੀ ਹੋਇਆ ਉਹ ਮਰ ਗਿਆ ਉੱਥੇ। ਜੇ ਆਪਾਂ ਕਹੀਏ ਨਾ ਵੀ ਸ਼ੱਕ ਦੇ ਆਧਾਰ ਤੇ ਐਵੇਂ ਕਿਸੇ ਨੂੰ ਚੱਕ ਲਿਆਂਦਾ, ਇਹੀ ਜੀ ਕੋਈ ਗੱਲ ਨਹੀਂ। ਜਿਹੜਾ ਬੰਦਾ ਫਿਗਰ ਸੀ, ਲਿਸਟਡ ਸੀ, ਵਾਂਟਡ ਸੀ। ਲਿਸਟਡ ਵਾਂਟਡ ਸੀ, ਪਰ ਉਸ ਤੋਂ ਬਾਅਦ ਕੀ ਤਹਿਕੀਕਾਤ ਹੁੰਦੀ ਸੀ ਪਤਾ ਕਰਨ ਲਈ ਕਿ ਹਾਂ ਇਹ ਜਿਹੜਾ ਲਿਸਟਡ ਹੈ ਐਕਚੁਅਲੀ ਇਹ ਕੋਈ ਗਲਤ ਕੰਮ ਕਰ ਰਿਹਾ ਹੈਗਾ? ਐਕਚੁਅਲੀ ਜਦੋਂ ਉਹ ਫੜਿਆ ਜਾਂਦਾ ਸੀ ਉਹਦੀ ਪੁੱਛਗਿੱਛ ਹੁੰਦੀ ਸੀ ਵੀ ਤੂੰ ਆਪਣਾ ਸ਼ੁਰੂ ਤੋਂ ਸਾਰਾ ਕ੍ਰਾਈਮ ਦੱਸ ਵੀ ਤੂੰ ਅਜੇ ਤੱਕ ਕੀ। ਪਰ ਇੱਥੇ ਫਿਰ ਜੋ ਉਹ ਗਲਤ ਕਰ ਰਹੇ ਸੀ, ਸਰਕਾਰ ਗਲਤ ਕਰ ਰਹੀ ਸੀ, ਕਿਉਂਕਿ ਜੇ ਤੁਸੀਂ ਛੁਪਾ ਰਹੇ ਹੋ ਗੱਲ ਨੂੰ, ਮੈਂ ਨਹੀਂ ਛੁਪਾਇਆ। ਤੁਸੀਂ ਨਹੀਂ, ਐਜ਼ ਅ ਸਰਕਾਰ, ਮੈਂ ਸਰਕਾਰ ਦੀ ਗੱਲ ਕਰ ਰਹੀ ਹਾਂ ਔਰ ਐਜ਼ ਸਿਸਟਮ ਦੀ ਗੱਲ ਕਰ ਰਹੀ ਹਾਂ ਕਿ ਅਸੀਂ ਜਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਹਾਂ ਤੇ ਫਿਰ ਸਰਕਾਰ ਤੇ ਉਹਨਾਂ ਵਿੱਚ ਕੀ ਫਰਕ ਰਹਿ ਗਿਆ? ਜੇ ਤੁਸੀਂ ਕਹਿੰਦੇ ਹਾਂ, ਸਰਕਾਰ ਕਹਿੰਦੀ ਹਾਂ ਜੀ ਇਹ ਬੰਦਾ ਗਲਤ ਹੈ, ਇਸ ਨੂੰ ਫੜ ਕੇ ਦੱਸ ਕੇ ਕਰਦੇ ਅਲੱਗ ਗੱਲ ਹੁੰਦੀ। ਤੁਸੀਂ ਐਡੇ, ਆਈ ਐਮ ਨਾਟ ਸੇਇੰਗ ਤੁਸੀਂ ਪਰਸਨਲੀ, ਮੈਂ ਤੁਸੀਂ ਕਹਿ ਰਹੀ ਹਾਂ ਕਿ ਹਾਂ ਪੰਜਾਬ ਪੁਲਿਸ ਵੱਲੋਂ ਇੰਨੇ ਮੁੰਡੇ ਚੁੱਕੇ ਗਏ ਜਿਨ੍ਹਾਂ ਬਾਰੇ ਦੱਸਿਆ ਨਹੀਂ ਗਿਆ, ਤੇ ਫਿਰ ਸਰਕਾਰ ਤੇ ਪੁਲਿਸ ਤੇ ਜਿਹੜੇ ਉਹ ਮੁੰਡੇ ਸੀ, ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸੋਚ, ਮੈਂ ਉਹਦਾ ਵੀ ਜਵਾਬ ਦੇ ਦਿੰਦਾ। ਸਰ ਸਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇ ਸੀ 87 ਦੇ ਵਿੱਚ। ਉਦੋਂ ਜੇਲ੍ਹਾਂ ਭਰੀਆਂ ਹੋਈਆਂ ਸੀ, ਮੈਕਸਿਮਮ ਪੰਜਾਬ ਦਾ ਜਿਹੜਾ ਯੂਥ ਸੀ ਉਹ ਜੇਲ੍ਹਾਂ ਸੀ। ਇਹਨਾਂ ਨੇ ਇੱਕ ਜਸਟਿਸ ਅਜੀਤ ਸਿੰਘ ਬੈਂਸ ਕਮਿਸ਼ਨ ਬਣਾਇਆ। ਬੈਂਸ ਕਮਿਸ਼ਨ ਦੇ ਵਿੱਚ ਇਹ ਹੋਇਆ ਵੀ ਜਿੰਨੇ ਬੰਦੇ ਨੇ ਅੰਦਰ, ਇਹਨਾਂ ਸਾਰਿਆਂ ਨੂੰ ਛੱਡ ਦਿੱਤਾ ਜਾਵੇ। ਉਹ ਸਾਰੇ ਛੱਡਤੇ। ਉਹ ਜਦੋਂ ਛੱਡ ਕੇ ਬਾਹਰ ਆ ਗਏ, ਕ੍ਰਾਈਮ ਰੇਟ ਇੰਨਾ ਕੁ ਵੱਧ ਗਿਆ, ਹੋਹਾਂ, ਲੁੱਟਾਂ, ਬੈਂਕਾਂ, ਉਹੀ ਉਹ ਬੰਦੇ ਸੀ ਜਿਨ੍ਹਾਂ ਨੂੰ ਜੇਲ੍ਹਾਂ 'ਚੋਂ ਛੱਡਿਆ। ਉਹਨਾਂ ਨੇ ਬਾਹਰ ਆ ਕੇ ਆਪਣੇ ਆਪ ਨੂੰ ਕੋਈ ਸੁਧਾਰਨ ਦੀ ਜ਼ਰੂਰਤ ਨਹੀਂ ਸਮਝੀ। ਉਹ ਤਾਂ ਫਿਰ ਉਧਰ ਹੀ ਉਸੇ ਜਦ ਇੱਕ ਇਨਸਾਨ ਨੂੰ ਤੁਸੀਂ ਉਹਦੀ ਜ਼ਿੰਦਗੀ 'ਚ ਚੁੱਕ ਕੇ ਜੇਲ੍ਹ 'ਚ ਬੰਦ ਕਰ ਦੋ, ਜੇਲ੍ਹ ਵਿੱਚ ਜਿਸ ਤਰ੍ਹਾਂ ਦੇ ਤਸੀਹੇ ਕੀਤੇ ਗਏ ਨੇ, ਉਹ ਉਸ ਤੋਂ ਬਾਅਦ ਉਹ ਨਾਰਮਲ ਰਹਿੰਦਾ ਹੀ ਨਹੀਂ ਹੈ। ਜਾਂ ਤੇ ਸਰਕਾਰ ਉਹਨਾਂ ਨੂੰ ਕਰਦੀ ਔਰ ਰਿਹੈਬਿਲਿਟੇਟ ਕਰਨ ਦੀ ਕੋਸ਼ਿਸ਼ ਕਰਦੀ। ਤੁਸੀਂ ਲਿਆ ਕੇ ਛੱਡਤਾ ਜਦੋਂ ਉਹਦੀ ਨੌਕਰੀ ਨਹੀਂ ਰਹੀ, ਉਹਦਾ ਫਿਊਚਰ ਨਹੀਂ ਰਿਹਾ, ਉਸਦੇ ਉੱਤੇ ਖਾੜਕੂ ਦਾ ਠੱਪਾ ਲੱਗ ਗਿਆ, ਤੇ ਫਿਰ ਉਸ ਅਸੀਂ ਕਿਉਂ ਐਕਸਪੈਕਟ ਕਰਦੇ ਹਾਂ ਕਿ ਉਹ ਨਾਰਮਲ ਲਾਈਫ ਵਿੱਚ ਨਾਲ ਦੇ ਨਾਲ ਫਿੱਟ ਹੋ ਜਾਏਗਾ? ਦੇਖੋ, ਫਿੱਟ ਅਗਰ ਉਹ ਨਹੀਂ ਹੁੰਦਾ, ਕ੍ਰਾਈਮ ਹੋਈ ਜਾਂਦਾ। ਲੁੱਟਾਂ ਖੋਹਾਂ ਵੀ ਤਾਂ ਆਪਣੇ ਲੋਕਾਂ ਦੀ ਹੁੰਦੀਆਂ। ਆਪਾਂ ਸੜਕ ਤੋਂ ਲੰਘਦੇ ਆ ਰਾਤ ਨੂੰ। ਗਲਤੀ ਤਾਂ ਸਰਕਾਰ ਵੱਲੋਂ ਸ਼ੁਰੂ ਹੋਈ ਨਾ। ਦੇਖੋ, ਜੇ ਸਰਕਾਰ ਇਹਨਾਂ ਗੱਲਾਂ ਨੂੰ ਨਿਬੇੜਨ ਤੇ ਕਿਸੇ ਪਾਸੇ ਆਵੇ, ਕਿਸੇ ਪਾਸੇ ਕੋਈ ਉਹਦੇ 'ਚ ਏਡੀ ਲੰਬੀ ਚੌੜੀ ਕਹਾਣੀ ਨਹੀਂ ਹੁੰਦੀ। ਮੈਂ 1 ਸਾਲ ਹੋਇਆ, ਮੇਰੇ ਆਉਂਦੇ ਸਾਲ ਹੀ ਮੇਰੇ ਖਿਲਾਫ 3 ਰਿਟਾਂ ਪੈ ਗਈਆਂ ਹਾਈ ਕੋਰਟ। ਪਿੰਕੀ ਨੂੰ 7 ਸਾਲ 'ਚ ਛੱਡਤਾ, ਪਿੰਕੀ ਨੂੰ 6 ਸਾਲ 'ਚ ਛੱਡਤਾ। HC ਅਰੋੜਾ ਇੱਕ ਨਾਮੀ ਵਕੀਲ ਜਿਹਨੇ ਰਿਟ ਪਾਈ, ਜਿਸ ਦਿਨ ਉੱਥੇ ਜਵਾਬ ਗਿਆ ਵੀ ਹੀ ਰਿਮੇਨਡ ਇਨ ਜੇਲ ਟਿਲ ਸੋ ਐਂਡ ਸੋ, ਅਸੀਂ ਬਿਲਕੁਲ ਉਹਨੂੰ ਆਪਣੇ ਜੋ ਸਾਡਾ ਮਾਪਦੰਡ ਆ ਉਹਦੇ ਮੁਤਾਬਕ ਛੱਡਿਆ। HC ਅਰੋੜੇ ਨੇ ਪੜ੍ਹਦੇ ਸਾਰੀ ਉਹ ਰਿਟ ਵਾਪਸ ਲੈ ਲਈ। ਕਹਾਣੀ ਤਾਂ ਉਹ ਹੈ ਵੀ ਨਾ ਤਾਂ ਲੋਕਾਂ ਦੀ ਉਹ ਕੋਈ ਸੋਚ ਹੈ, ਤੇ ਸੋਚ ਜੇ ਸਰਕਾਰ ਦੀ ਹੋਵੇ, ਇਹ ਬਹਿ ਕੇ ਆਮਣੇ ਸਾਹਮਣੇ ਗੱਲ ਕਰਨ ਟੇਬਲ ਤੇ ਵੀ ਦੱਸੋ ਭਾਈ, ਜਿਹਨੂੰ ਲੋਨ ਚਾਹੀਦਾ ਅਸੀਂ ਲੋਨ ਦਿੰਦੇ ਆ, ਆਪਦਾ ਕੰਮ ਕਰੋ, ਜਿਹਨੂੰ ਸਰਵਿਸ ਚਾਹੀਦੀ ਨੌਕਰੀ ਦਿੰਦੇ ਆ। ਕਹਾਣੀ ਤਾਂ ਉੱਥੇ ਜਦੋਂ ਇੱਕ ਮੇਰੇ ਵਰਗੇ ਵਿਅਕਤੀ ਨੂੰ 50 ਲੱਖ ਰੁਪਏ 'ਚ ਲੁੱਟਿਆ ਜਾ ਸਕਦਾ, ਤੇ ਫਿਰ ਆਮ ਬੰਦੇ ਦਾ ਕੀ ਜੀਵਨ? ਗੋਲਾ ਮਰ ਗਿਆ, ਗੋਲਾ ਮਰ ਗਿਆ, ਸਾਰੀ ਦੁਨੀਆ ਕਰੀ ਜਾਂਦੀ ਹੈ। ਯਾਰ ਮੇਰੇ ਘਰ ਨੂੰ ਮੇਰੀ ਮਾਂ ਅੰਦਰ ਸੀਗੀ, ਉਹ 60-65 ਸਾਲ ਦੀ ਲੇਡੀ, ਅੱਗ ਲਾਤੀ ਘਰ ਨੂੰ, ਉਹ ਨਿਸ਼ਾਨ ਮਾਰੀ ਕੋਠੇ ਤੋਂ। ਮੈਂ ਅੱਜ ਤੱਕ ਕਰਵਾ ਰਿਹਾ ਇਨਸਾਫ ਲਈ। ਮੈਂ ਗੋਲੇ ਵਾਲੇ ਕੇਸ ਦੇ ਵਿੱਚ ਜੇਲ੍ਹ ਕੱਟ ਕੇ ਵੀ ਆ ਗਿਆ। ਉਹ ਮੇਰਾ ਜਿਹੜਾ ਘਰ ਨੂੰ ਅੱਗ ਲੱਗੀ ਹੈ, ਉਹਦਾ ਤਾਂ ਅਜੇ ਤੱਕ ਵੀ ਕੁਝ ਨਹੀਂ ਬਣਿਆ। ਤੁਸੀਂ ਕਿਸੇ ਤੋਂ ਕੀ ਉਮੀਦ ਕਰਦੇ ਹੋ? ਤੁਸੀਂ ਇੱਕ ਜਦ ਕੰਵਰ ਸੰਧੂ ਜੀ ਨਾਲ ਤੁਸੀਂ ਆਪਣਾ ਦੱਸ ਰਹੇ, ਤੁਸੀਂ ਦੱਸਿਆ ਇੱਕ ਅਕਾਲੀ ਲੀਡਰ ਨੇ ਤੁਹਾਨੂੰ 2 ਬੰਦੇ ਇੱਥੇ ਚੰਡੀਗੜ੍ਹ 'ਚ ਗੁਰਦੁਆਰੇ ਬੁਲਵਾਏ, ਤੇ ਉਸ ਟਾਈਮ ਅਕਾਲੀ ਲੀਡਰ ਵੀ ਗਵਰਨਮੈਂਟ ਨੂੰ ਹੈਲਪ ਕਰ ਰਹੇ ਸੀ ਕਿ ਮੁੰਡੇ ਫੜਵਾਉਣ ਵਿੱਚ? ਦੇਖੋ, ਇਹ ਹਰ ਪਾਰਟੀ 'ਚ ਵੱਖ-ਵੱਖ ਲੀਡਰ ਹੈਲਪ ਕਰ ਰਹੇ ਸੀ। ਦੇਖੋ, ਇਹ ਜਿਹੜੇ ਪਰਸਨਲ ਰਿਲੇਸ਼ਨ ਹੁੰਦੇ ਨੇ, ਮੇਰੇ ਕਈ ਅਕਾਲੀ ਲੀਡਰਾਂ ਨਾਲ ਬੜੇ ਵਧੀਆ ਸੰਬੰਧ ਨੇ, ਮੇਰੇ ਕਈ ਕਾਂਗਰਸੀਆਂ ਨਾਲ ਵੀ ਚੰਗੇ ਸੰਬੰਧ ਨੇ। ਜਿਹੜਾ ਕੋਈ ਮੇਰਾ ਦੋਸਤ ਹੈ, ਉਹਨੂੰ ਕਿਸੇ ਨੇ ਸਤਾਇਆ ਹੋਇਆ, ਵਾਰ-ਵਾਰ ਪੈਸੇ ਮੰਗੀ ਜਾਂਦਾ, ਉਸ ਤੋਂ ਬਾਅਦ ਦੇ ਨਾਂ ਤੇ ਮੈਨੂੰ ਪੈਸੇ ਦੇ, ਮੈਨੂੰ ਪੈਸੇ ਦੇ। ਹੁਣ ਮੈਕਸੀਮਮ ਜਿਹੜੇ ਲੋਕ ਮਰੇ ਨੇ, ਇੱਕ ਹੁਸ਼ਿਆਰਪੁਰ ਦੇ ਵਿੱਚ ਇਨਕਾਊਂਟਰ ਹੋਇਆ ਸੀ, ਉਹ ਬੰਦੇ ਟਰੱਕ ਯੂਨੀਅਨ 'ਚ ਜਾਂਦੇ ਸੀ, ਤੀਜੇ ਚੌਥੇ 20,000 ਦੇ, 30,000 ਦੇ ਅਖੀਰ ਤੇ ਦੁਖੀ ਹੋ ਗਏ। ਉਹਨਾਂ ਨੇ SSP ਨਾਲ ਗੱਲ ਕਰਕੇ ਉਹ ਕਹਿੰਦੇ ਵੀ ਆ ਜਾਓ, ਪਰਸੋਂ ਪੈਸੇ ਲੈਣ ਗਏ, ਉਹ ਮਰ ਗਏ ਉੱਥੇ। ਇਹਨਾਂ ਗੱਲਾਂ 'ਚੋਂ ਕੋਈ ਅਕਾਲੀ ਲੀਡਰ ਦਾ ਇਹ ਮਤਲਬ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਅਕਾਲੀਆਂ ਨੇ ਬੰਦੇ ਮਰਵਾਏ ਨੇ। ਉਹਨੂੰ ਉਹਨਾਂ ਨੇ ਤੰਗ ਹੀ ਇੰਨਾ ਕੁ ਕੀਤਾ, ਜਦੋਂ ਜਾਣ ਪੈਸੇ ਦੇ ਦੇ, ਜਦੋਂ ਜਾਣ ਪੈਸੇ ਦੇ ਦੇ। ਉਹ ਫਿਰ ਦੁਖੀ ਹੋ ਕੇ ਬੰਦਾ, ਹੁਣ ਜਿਵੇਂ ਮੈਂ ਦੁਖੀ ਹੋ ਕੇ ਕਿਸੇ ਪਾਸੇ ਤੋਂ ਤੁਰੇ ਹੀ ਜਾਣਾ।
ਪੈਸਾ ਇੱਕ ਬੜਾ ਵੱਡਾ ਕ੍ਰਾਈਟੇਰੀਆ ਰਿਹਾ ਹੈ ਇਸ ਸਾਰੀ ਜੰਗ ਵਿੱਚ। ਜਦ ਪੁਲਿਸ ਵਾਲਿਆਂ ਨੇ ਵੀ ਪੈਸਾ ਬਹੁਤ, ਜਿਵੇਂ ਤੁਸੀਂ ਆਪ ਹੀ ਦੱਸ ਰਹੇ ਸੀ ਕਿ ਵੀ ਬੰਦੇ ਦੇ ਘਰ ਜਾਂਦੇ ਸੀ ਤਾਂ ਉਹ ਤੋਂ ਪੈਸਾ ਗਾਇਬ ਹੋ ਜਾਂਦਾ ਸੀ, ਉਹਦਾ ਸੋਨਾ ਜੋ ਵੀ ਉਹਦਾ ਵੈਲਿਊਬਲ ਸੀ। ਪੈਸਾ ਹਿਊਮਨ ਲਾਈਫ ਤੋਂ ਬਹੁਤ ਜ਼ਿਆਦਾ ਮਾਇਨੇ ਰੱਖਿਆ। ਦੇਖੋ ਜਿਹੜਾ ਮੇਰਾ ਆਪਣਾ ਜੋ ਮੇਰੀ ਸੋਚ ਹੈ, ਕਈ ਤਾਂ ਬਹੁਤ ਗਰੀਬ ਘਰਾਂ ਦੇ ਬੱਚੇ ਜਿਹੜੇ ਦਿਹਾੜੀਆਂ ਕਰਦੇ ਸੀ, ਲੋਕਾਂ ਦੇ ਘਰੇ ਡੰਗਰ ਲੈ ਜਾਣੇ, ਗੋਹਾ ਕੂੜਾ ਕਰਨਾ, ਉਹਨਾਂ ਦੇ ਹੱਥ 'ਚ ਆ ਗਈ AK-47। ਜਦੋਂ ਉਹਨਾਂ ਦੇ ਹੱਥ 'ਚ AK-47 ਆ ਗਈ, ਉਹ ਜਿਹੜੇ ਜੱਟਾਂ ਦਾ ਗੋਹਾ ਕੂੜਾ ਕਰਦੇ ਸੀ, ਉਹ ਜਦੋਂ ਉਹਨਾਂ ਦੇ ਘਰ ਜਾਂਦੇ ਸੀ, ਉਹਨਾਂ ਨੇ ਰੋਟੀਆਂ ਪਕਾਉਣੀਆਂ, ਉਹਨਾਂ ਦੀ ਸੇਵਾ ਕਰਨੀ, ਆਓ ਜੀ ਬੈਠੋ ਜੀ, ਮੰਜੇ ਬਿਸਤਰੇ ਦੇਣੇ, ਉਹਨਾਂ ਦਾ ਦਿਮਾਗ ਇੱਕਦਮ ਹੋ ਗਿਆ ਬਹੁਤ ਉੱਚੇ ਵੀ ਅਸੀਂ ਤਾਂ ਇਹਨਾਂ ਦਾ ਗੋਹਾ ਕੂੜਾ ਕਰਨ ਵਾਲੇ ਸੀਗੇ, ਤੇ ਅੱਜ ਤਾਂ ਇਹ ਸਾਡੇ ਪੈਰਾਂ ਥੱਲੇ ਹੱਥ ਰੱਖਦੇ ਨੇ। ਉੱਥੋਂ ਪੈਸੇ ਲੈ ਲਏ, ਦਿਲ ਵੱਧ ਗਿਆ, ਕਿਸੇ ਬੈਂਕ 'ਚ ਵੜ ਕੇ, ਕਿਤੇ ਨਾ ਕਿਤੇ ਆਪਣੇ ਸਾਹਮਣੇ ਪੁਲਿਸ ਆ ਗਈ, ਟੱਕਰਾ ਹੋ ਗਿਆ, ਤਾਂ ਫਿਰ ਮਰੇ ਵੀ ਜ਼ਿਆਦਾ ਲੋਕ ਉਹੀ। ਇਹ ਆਪਾਂ ਇੱਕ ਪਾਸੇ ਇਕੱਲੀ ਸਰਕਾਰ ਦਾ ਹੀ ਕਸੂਰ ਕਰੀ ਜਾਂਦੇ। ਮੈਂ ਤੁਹਾਨੂੰ ਇੱਕ ਨਹੀਂ, ਹੁਣ ਇੱਕ ਹਰੇਕ ਭਾਪੀ ਸੀਗਾ, ਚਲੋ ਪਰ ਇਹਦੇ ਵਿੱਚ ਸਮਝਦਾਰ ਤੇ ਸਰਕਾਰ ਵੱਲੋਂ ਆਣੀ ਚਾਹੀਦੀ। ਚਲੋ ਉਹ ਤਾਂ ਖੈਰ ਡਿਫਰੈਂਟ ਸਟੋਰੀ ਹੈ। ਮੈਂ ਇੱਕ ਹੋਰ ਤੁਹਾਡੀ ਇੰਟਰਵਿਊ ਸੁਣ ਰਹੀ ਸੀ ਤੇ ਤੁਸੀਂ ਉਹਦੇ ਵਿੱਚ ਦੱਸਿਆ ਅਜੀਤ ਸਿੰਘ ਫੂਲਾ ਨੇ ਜਟਾਣਾ ਪਰਿਵਾਰ ਨੂੰ ਮਾਰਿਆ ਸੀ। ਹਾਂਜੀ, ਠੀਕ ਹੈ। ਤੁਸੀਂ ਵੀ ਇਹ ਕਿਹਾ ਕਿ ਮੈਂ ਵੀ ਉਸ ਵੇਲੇ ਨਿਕਲ ਚੱਕਾ ਸੀ, ਪਰ ਉਹ ਪਹਿਲੇ ਪਹੁੰਚ ਗਿਆ। ਤੁਸੀਂ ਵੀ ਆਪਣਾ ਟੀਮ ਲੈਣ ਵਾਪਸ ਗਏ ਸੀਗੇ। ਜੇ ਤੁਸੀਂ ਉੱਥੇ ਪਹਿਲਾਂ ਪਹੁੰਚ ਜਾਂਦੇ ਤੇ ਕੀ ਉਹ ਬੱਚੀ ਜਿਹੜੀ ਮਰੀ ਸੀਗੀ? ਐਡੀ ਗੱਲ ਨਹੀਂ, 1 ਜਾਂ 2 ਮਹੀਨੇ ਦੇ ਬੱਚੇ ਦਾ ਮੇਰਾ ਕੀ ਉਸ ਗੱਲ ਨਾਲ ਰੌਣਾ, ਮੇਰਾ ਉਸ ਗੱਲ ਨਾਲ ਕੀ ਸੰਬੰਧ ਹੈ? ਹੁਣ ਅਜੀਤ ਸਿੰਘ ਫੂਲਾ ਵੀ ਜੇ ਦੇਖਿਆ ਜਾਏ ਤੇ ਹੀ ਵਾਜ਼ ਆਲਸੋ ਗ੍ਰੈਜੂਏਟ। ਅਸੀਂ 1.5 ਸਾਲ ਤੱਕ ਦੋ ਜਿਹੜੇ ਲੁਧਿਆਣੇ ਜੇਲ੍ਹ 'ਚ ਇਕੱਠੇ ਰਹੇ ਹਾਂ, ਇਕੱਠੇ ਵਿਚਾਰ ਵੀ ਇੱਕ ਦੂਜੇ ਨਾਲ ਕੀਤੇ ਨੇ, ਬਟ ਉਹ ਹੁਣ ਮਰ ਚੁੱਕਾ, ਮੈਂ ਨਹੀਂ ਇਹ ਗੱਲ ਕਹਿ ਸਕਦਾ। ਤਾਂ ਕੋਈ ਰਿਮੋਰਸ ਸੀਗਾ ਕਿ ਮੈਂ ਮੇਰੇ ਹੱਥੋਂ ਇੱਕ ਬੱਚੀ ਵੀ ਮਾਰੀ ਗਈ ਹੈ 1-2 ਮਹੀਨੇ? ਰਿਮੋਟ ਦੇਖੋ, ਫਿਰ ਜਦੋਂ ਗੱਲ ਹੈ ਵੀ ਉਹ ਉੱਥੇ ਚਲੇ ਗਏ, ਇੱਥੇ 7-8 ਦਿਨ ਤੱਕ ਵਾਰ-ਵਾਰ ਉਹ ਜਿਹੜਾ ਸੁਖਦੇਵ ਸਿੰਘ ਬੱਬਰ ਸੀ, ਉਹ ਟੈਲੀਫੋਨ ਕਰੀ ਗਿਆ ਹਰੇ ਰੰਗ ਦੀ ਪੀਜ਼ਾ ਜੀਪ 'ਚ ਕਿ ਮੈਂ ਆ ਰਿਹਾ ਸੈਣੀ ਸਾਹਿਬ, ਜੋ ਖਾਣਾ ਪੀਣਾ ਹਫਤਾ ਖਾ ਪੀ ਲਓ, ਤੁਹਾਨੂੰ ਹਫਤੇ 'ਚ ਮਾਰ ਦੇਣਾ। ਇਨ ਦੀ ਮੀਨ ਟਾਈਮ ਦੂਸਰੀ ਜਿਹੜੀ ਕੋਈ ਵਾਰਦਾਤ ਤਾਂ ਕਰ ਗਈ, KLF ਗੁਰਜੰਟ ਸਿੰਘ ਬੋਲ ਸਿੰਘ ਵਾਲਾ ਟੈਲੀਫੋਨ ਕਰੀ ਜਾਂਦਾ ਸੀ ਸੁਖਦੇਵ ਬੱਬਰ। ਹੁਣ ਗੱਲ ਹੈ ਵੀ ਉਹ 3 ਜਿਹੜੇ ਪੁਲਿਸ ਵਾਲੇ ASI ਸੀ, ਅਮੀਚੰਦ ਸੀਗਾ, ਰਮੇਸ਼ ਦੀ ਲੱਤ ਉੱਡ ਗਈ, ਬਾਂਹ ਉੱਡ ਗਈ ਆ, ਲਾਈਫ ਚਲੀ ਗਈ। ਨੁਕਸਾਨ ਤਾਂ ਪੁਲਿਸ ਦਾ ਵੀ ਹੋਇਆ, ਜੇ ਆਪਾਂ ਕਹੀਏ ਪਬਲਿਕ ਦਾ ਹੋਇਆ। ਉਹ ਪੁਲਿਸ ਨੂੰ ਤਾਂ ਪੂਰਾ ਰਿਵਾਰਡ ਮਿਲਦਾ ਹੈਗਾ ਤੁਹਾਨੂੰ, ਤੁਸੀਂ ਸਰਕਾਰੀ ਨੌਕਰੀ ਕਰ ਰਹੇ ਹੋ, ਸਰਕਾਰ ਦਾ ਕੰਮ ਕਰ ਰਹੇ ਹੋ। ਜੇ ਅਸੀਂ ਬੋਲੀਏ ਹਾਂ ਕਿ ਵੀ ਪੁਲਿਸ ਇਜ਼ ਰਿਵਾਰਡਡ ਫॉर द ਵਰਕ, ਦੂਜਾ ਇਹੋ ਗੱਲ ਇੱਥੇ ਆਉਂਦੀ ਹੈ, ਅਸੀਂ ਉਹਦੀ ਤਹਿਕੀਕਾਤ ਕਿੰਨੀ ਕੀਤੀ, ਆਖਿਰ ਵਿੱਚ ਇਹੋ ਨਿਕਲਿਆ ਉਸ ਪਰਿਵਾਰ ਨੇ ਨਹੀਂ ਮਾਰਿਆ ਸੀ। ਠੀਕ ਹੈ, ਉਹ ਬੱਚੀ 2 ਮਹੀਨੇ ਦੀ ਬੱਚੀ ਨੇ ਕਿਹੜਾ ਕੋਈ ਬੰਦੂਕ ਚੁੱਕ ਕੇ ਕਿਸੇ DGP ਨੂੰ ਮਾਰ ਦੇਣਾ ਸੀਗਾ। ਬਟ ਉਸ ਵਕਤ ਪੁਲਿਸ ਵਾਲਾ ਇੱਕ ਆਪਣੇ ਆਪ ਨੂੰ ਐਡਾ ਵੱਡਾ ਰੱਬ ਸਮਝ ਬੈਠਾ ਕਿ ਵੀ ਮੈਨੂੰ ਗੋਲੀ ਲੱਗੀ ਹੈ ਤੇ ਮੈਨੂੰ ਕਿਸ ਤਰ੍ਹਾਂ ਮਾਰਤਾ ਤੇ ਇੱਕ ਬੱਚੀ ਨੂੰ ਮਾਰਤਾ। ਮਤਲਬ ਮੈਂ ਉਸ ਮੈਂਟੈਲਿਟੀ ਦੀ ਗੱਲ ਕਰ ਰਹੀ ਹਾਂ, ਉਸ ਵਕਤ ਜੋ ਮੈਂਟੈਲਿਟੀ ਬਣ ਗਈ ਸੀਗੀ। ਉਹ ਵੀ ਸੁਣ ਲਓ, ਸਾਡਾ ਇੱਕ ਇੰਸਪੈਕਟਰ ਹੈ ਬਲਕਾਰ ਸਿੰਘ, ਉਹ ਨੀਡੋਂ ਦੇ ਕੋਲ ਦਾ ਘਰ ਹੈ, ਉਹ ਫਿਰੋਜ਼ਪੁਰ ਪੋਸਟਡ ਸੀ। ਰਾਤ ਨੂੰ 6-7 ਤੌਦੀ ਉਹਦੇ ਘਰ ਆਏ, 8 ਪਰਿਵਾਰ ਦੇ ਜੀ, ਜਿਨ੍ਹਾਂ 'ਚ ਲੇਡੀਜ਼ ਸੀਗੀਆਂ, ਸਾਰਿਆਂ ਨੂੰ ਗੋਲੀਆਂ ਮਾਰ ਕੇ ਘਰ ਨੂੰ ਅੱਗ ਲਾ ਕੇ। ਇਕੱਲਾ ਬਲਕਾਰ ਦਾ ਪਰਿਵਾਰ ਨਹੀਂ, ਪੁਲਿਸ ਦੇ ਜੇ ਆਪਾਂ ਪਰਿਵਾਰ ਦੇਖੀਏ ਤਾਂ 26-27 ਹਜ਼ਾਰ ਪੁਲਿਸ ਵਾਲੇ ਵੀ ਉਸ ਦੌਰਾਨ ਮਰੇ। ਹੁਣ ਆਪਾਂ ਇੱਕ ਪਾਸੇ ਤਾਂ ਗੱਲ ਸਾਰੀ ਇਹੀ ਕਰੀ ਜਾਂਦੇ ਹਾਂ ਵੀ ਠੀਕ ਹੈ, ਚਲੋ ਪੁਲਿਸ ਨੇ ਜ਼ਿਆਦਤੀਆਂ ਕੀਤੀਆਂ, ਪੁਲਿਸ ਨੇ ਘੱਟ ਤਾਂ ਕਿਸੇ ਨੇ ਵੀ ਨਹੀਂ ਕੀਤੀ। ਜਿਹਦਾ ਹੱਥ ਜਿੱਥੇ ਆ ਗਿਆ ਉਹਨੇ ਉੱਥੇ ਚਲਾਤਾ। ਤੇ ਮੇਰੇ ਕੋਲ ਅਨੇਕਾਂ ਇਹੋ ਜਿਹੀਆਂ ਐਗਜ਼ਾਮਪਲਾਂ ਹੈਗੀਆਂ। ਹੁਣ ਮੈਂ ਪੁਲਿਸ ਦੇ ਵਿੱਚ ਕੰਮ ਕਰਦਾ, ਮੈਂ ਮਾੜਾ ਨਾ, ਮੈਨੂੰ ਮਾਰ ਦਿਓ, ਮੇਰੀ ਵਾਈਫ, ਮੇਰੇ ਮਾਂ-ਬਾਪ ਜੇ ਘਰੇ ਬੈਠੇ ਤੁਸੀਂ ਉਹਨਾਂ ਦੇ ਗੋਲੀਆਂ ਮਾਰ ਦਿਓ, ਉਹਨਾਂ ਦਾ ਕੀ ਕਸੂਰ ਹੈ? ਮੈਨੂੰ ਉਸ ਗੱਲ ਦਾ ਵੀ ਜਵਾਬ ਦੇ ਦਿਓ। ਹਾਂ, ਪਰ ਉਹ ਸਿਸਟਮ ਇੱਕ ਵਾਰੀ ਪੁਲਿਸ ਵੱਲੋਂ ਵੀ ਸ਼ੁਰੂ ਹੋ ਗਿਆ ਨਾ ਕਿ ਹਾਂ ਜਿਵੇਂ ਜਟਾਣਾ ਪਰਿਵਾਰ ਨੂੰ ਮਾਰਤਾ, ਬੱਚੀ ਨੂੰ ਮਾਰਤਾ, ਸਾਡੀ ਤੇ ਰੂਹ ਕੰਬੇਗੀ ਨਾ ਕਿ ਵੀ ਇੱਕ ਛੋਟੀ ਜਿਹੀ ਬੱਚੀ ਨੂੰ ਏਦਾਂ ਮਾਰਿਆ ਗਿਆ। ਤੇ ਉਹ ਤਾਂ ਅੱਛਾ, ਮੈਂ ਕਾਫੀ ਦੇਰ ਅਨਾਥਾਲਿਆਂ ਵਿੱਚ ਜਿਹੜੇ 80 ਤੋਂ ਬਾਅਦ ਜਿਹੜੇ ਬੱਚੇ ਉੱਥੇ ਉਹਨਾਂ ਨਾਲ ਕੰਮ ਕੀਤਾ ਹੈ, ਤੇ ਉੱਥੇ ਔਰਤਾਂ ਦਾ ਵੀ ਮੈਂ ਸੁਣਿਆ ਕਿ ਜੇਲ੍ਹਾਂ ਵਿੱਚ ਜੋ ਸੀ ਦਾ ਤਰੀਕਾ ਹੁੰਦਾ ਸੀਗਾ ਬੜਾ ਮਾੜਾ ਹੁੰਦਾ ਸੀ। ਔਰਤਾਂ ਨੂੰ ਬੱਚਿਆਂ ਦੇ ਸਾਹਮਣੇ ਬਲਾਤਕਾਰ ਕੀਤਾ ਜਾਂਦਾ ਸੀ ਪੁਲਿਸ ਵਾਲੇ ਵੱਲੋਂ। ਟੋਟਲੀ ਰੌਂਗ ਹੈ। ਹਮੇਸ਼ਾ ਪਤਾ ਨਹੀਂ ਤੁਹਾਨੂੰ ਇਹ ਗੱਲਾਂ, ਕੱਲ ਵੀ ਮੈਨੂੰ ਕਿਸੇ ਨੇ ਪੁੱਛਿਆ ਸੀ ਇਹ ਗੱਲਾਂ। ਗੱਲ ਇਹ ਹੈ, ਚਲੋ ਆਪਾਂ 4 ਜਣੇ ਬੈਠੇ ਹਾਂ, ਫਾਲਤੂ ਬੰਦਾ ਇੱਥੇ ਕੋਈ ਨਹੀਂ, ਤੁਸੀਂ ਬੈਠੋ, ਉਹ SSP ਸਾਹਿਬ ਬੈਠੇ, ਮੰਨ ਲਓ ਆਪਾਂ ਲੇਡੀ ਲਿਆਂਦੀ ਕੋਈ, ਹੁਣ 5 ਬੰਦੇ ਆਪਾਂ ਇਸ ਕਮਰੇ 'ਚ ਬੈਠੇ ਹਾਂ,
ਡੂ ਯੂ ਥਿੰਕ ਕਿ ਇੱਥੇ ਕੋਈ ਜੀ ਹਰਕਤ ਹੋ ਸਕਦੀ ਹੈ? ਇੱਕ ਸੀਨੀਅਰ ਆਫੀਸਰ ਬੈਠਾ ਇਨ ਦੀ ਪ੍ਰੈਜ਼ੈਂਸ ਆਫ ਦੈਟ, ਤੁਸੀਂ ਕਦੀ ਇਹ ਗੱਲ ਸੋਚ ਵੀ ਸਕਦੇ ਪਰ ਅੱਜ ਕੱਲ ਤਾਂ ਥੈਂਕਸ ਟੂ ਜਿਹੜੇ ਹੁਣ ਫੋਨਾਂ ਵਿੱਚ ਕੈਮਰਾਜ਼ ਆ ਗਏ ਨੇ, ਇਹ ਕਾਫੀ ਗੱਲਾਂ ਬਾਹਰ ਆ ਰਹੀਆਂ ਹਨ। ਗਲਤ ਨੇ ਟੋਟਲੀ। ਜਿਹੜੀ ਤੁਸੀਂ ਜੇਲ੍ਹਾਂ ਦੀ ਗੱਲ ਕਰ ਰਹੇ ਹੋ, ਮੈਂ ਜੇਲ੍ਹ 'ਚ ਖੁਦ ਦੱਸ ਨਹੀਂ, ਸਕਦਾ। ਜੇਲਾਂ ਜਦੋਂ ਇੰਟਰੋਗੇਸ਼ਨ ਨੂੰ ਵੀ ਬੁਲਾਇਆ ਤਾਂ ਔਰਤਾਂ ਨਾਲ ਵੀ ਤੁਸੀਂ ਇਹ ਇਸੇ ਤਰ੍ਹਾਂ ਦੇ ਉਹ ਜਿਹੜੀ ਲੇਡੀਜ਼ ਜੇਲ੍ਹ ਹੈ, ਲੇਡੀਜ਼ ਜੇਲ੍ਹ ਦੇ ਵਿੱਚ ਬੰਦਾ ਨਾਮ ਦੀ ਤਾਂ ਕੋਈ ਚੀਜ਼ ਹੁੰਦੀ ਨਹੀਂ, ਵਾਰਡਨਸ ਨੂੰ ਮੈਟਰਨਸ ਹੁੰਦੀਆਂ ਨੇ। ਚਲੋ ਜੇਲ੍ਹ ਵਿੱਚ ਨਹੀਂ, ਪਰ ਜਦੋਂ ਉਹਨਾਂ ਨੇ ਇੰਟਰੋਗੇਸ਼ਨ ਨਹੀਂ ਬੁਲਾਇਆ ਤੇ ਕੁੜੀਆਂ ਨੂੰ ਵੀ ਫੜਿਆ ਜਾਂਦਾ ਸੀ ਉਸ ਵਕਤ। ਫੜਿਆ ਜਾਂਦਾ ਸੀ। ਉਹਨਾਂ ਦਾ ਵੀ ਇੰਟਰੋਗੇਸ਼ਨ ਵਿੱਚ ਬਲਾਤਕਾਰ ਵਾਸ ਅ ਬਿਗ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਦੇਖੋ ਗੱਲ ਇਹ ਹੈ ਵੀ ਇਕੱਲਾ ਬੰਦਾ ਮੈਂ ਫੜ ਲਿਆ ਵਾਂ, ਮੈਂ ਉਹਦੀ ਪੁੱਛਗਿੱਛ ਕਰਾਇਆ ਹੋਵਾਂ, ਫਿਰ ਤਾਂ ਚਲੋ ਕੋਈ ਗੱਲ ਐਲੀਗੇਸ਼ਨ ਲੱਗ ਜੇ। 7 ਤੋਂ 8 ਸੀਨੀਅਰ ਅਫੀਸਰਸ ਬੈਠੇ ਹੁੰਦੇ, 7-8 ਸੀਨੀਅਰ ਅਫੀਸਰ ਦੇ ਵਿੱਚ ਮਾੜਾ ਕਿੱਡਾ ਹੀ ਕਿਰਦਾਰ ਕਰ ਰਿਹਾ ਅਫੀਸਰ ਤੁਸੀਂ ਦਾ। ਸੀਨੀਅਰ ਆਫੀਸਰ ਇਦਾਂ ਕਹਿੰਦੇ ਜਿਵੇਂ ਬੜਾ ਇਮਾਨਦਾਰ ਔਰ ਬੜਾ ਉਹ, ਬਿਕੋਜ਼ ਤੁਸੀਂ ਦੇਖੋ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਸੀਨੀਅਰ ਆਫੀਸਰ ਆਪ ਅਖੀਰ ਦਾ ਕੰਮ ਕਰਦੇ ਸੀ, ਬੰਦੇ ਨੂੰ ਮਾਰਨ ਦਾ ਕੰਮ ਸੀਨੀਅਰ ਆਫੀਸਰ ਆਪ ਕਰਦੇ ਸੀਗੇ, ਸਾਇਨਾਈਡ ਪਾਉਂਦੇ ਸੀਗੇ ਬੰਦੇ ਦੇ ਮੂੰਹ ਵਿੱਚ। ਕਿਸੇ ਨਾਲ ਰੇਪ ਕਰਨਾ 8 ਬੰਦਿਆਂ ਦੀ ਹਾਜ਼ਰੀ, ਤਾਂ ਇਟ ਇਜ਼ ਨਾਟ ਪੋਸੀਬਲ। ਮੈਂ ਨਹੀਂ ਇਸ ਗੱਲ ਨੂੰ ਮੰਨਣ ਨੂੰ ਤਿਆਰ। ਤੁਸੀਂ ਕਹਿੰਦੇ ਹੋ ਤਾਂ ਚਲੋ ਮੈਂ ਤੁਹਾਡੇ ਨਾਲ ਇਸ ਗੱਲ ਤੋਂ ਬਹਿਸ ਵੀ ਨਹੀਂ ਕਰਨੀ ਚਾਹੁੰਦਾ। ਗੱਲ ਇਹ ਹੈ ਵੀ 8 ਬੰਦੇ ਬੈਠੇ ਹੋਣ, ਦੇਖੋ ਜਾਂ 7-5 ਲਾ ਲਓ, 4 ਲਾ ਲਓ। ਮੈਂ ਹੁਣ ਇਹ ਨਹੀਂ ਕਹਿ ਸਕਦੀ 5 ਬੰਦੇ ਬੈਠੇ ਸੀ ਜਾਂ 4 ਬੈਠੇ ਆ, ਇਕੱਲਾ ਉਹਨੂੰ ਲੈ ਕੇ ਜਾਇਆ ਕਰਦੇ ਸੀਗੇ। ਅੱਜ ਤੱਕ ਦੇਖੋ ਜਦੋਂ ਤੁਸੀਂ ਨਹੀਂ ਦੱਸਿਆ, ਐਲੀਗੇਸ਼ਨ ਦੀ ਚੱਲ ਰਹੀਆਂ ਸੀ ਨਾ, ਕਿਸੇ ਪੁਲਿਸ ਵਾਲੇ ਨੇ ਆਪ ਆ ਕੇ ਤੇ ਕਬੂਲਿਆ ਨਹੀਂ ਸੀ ਕਿ ਹਾਂ ਕਿ ਇਹ ਗੱਲਾਂ ਹੋਈਆਂ। ਲੇਡੀਜ਼ ਦੀ ਵੀ ਐਲੀਗੇਸ਼ਨ ਹੈਗੀਆਂ ਕਿ ਸਾਡੇ ਨਾਲ ਬਹੁਤ ਇਸ ਤਰ੍ਹਾਂ ਦੇ ਤੁਸੀਂ ਹੋਏ, ਸਾਨੂੰ ਕਿੱਦਾਂ ਤੁਸੀਂ ਜਿਵੇਂ ਉਹ ਡੰਡੇ ਵਾਲੀ ਦੇਸੀ ਮਸ਼ੀਨ ਦੀ ਗੱਲ ਕੀਤੀ ਹੈ, ਉਹ ਦੇਸੀ ਮਸ਼ੀਨ ਲੇਡੀਜ਼ ਉੱਤੇ ਵੀ ਦੂਸਰੇ ਤਰੀਕੇ ਨਾਲ ਇਸਤੇਮਾਲ ਹੁੰਦੀ, ਗੱਲਾਂ ਆਈਆਂ ਨੇ। ਸੋ ਅੱਜ ਤੱਕ ਕੋਈ ਹੋਰ ਆਇਆ ਨਹੀਂ ਹੈ, ਬਟ ਸੁਣਿਆ ਤਾਂ ਅਸੀਂ ਪਹਿਲੀਆਂ ਗੱਲਾਂ ਵੀ ਸੀ ਤੇ ਅੱਜ ਇਹ ਵੀ ਸੁਣ ਰਹੇ ਹਾਂ। ਸੋ ਪੁੱਛਣਾ ਸਾਡਾ ਫਰਜ਼ ਹੈ ਕਿ ਵੀ ਹਾਂ ਕਿ ਤੁਹਾਡੇ ਤੁਸੀਂ ਬਹੁਤ ਹੀ ਦੂਰ ਹੀ ਨਾ ਜਾਓ, ਛੱਡੋ। ਬੀਬੀ ਰਜਿੰਦਰ ਕੌਰ ਬੁਲਾਰਾ ਜੀ MP, ਉਹ ਵੀ ਆਏ, ਪੁਲਿਸ ਪੁੱਛਗਿੱਛ ਕੇਂਦਰ 'ਚ ਵੀ ਰਹੇ, ਸਾਰੇ ਜਗ੍ਹਾ ਤੇ ਰਹੇ। ਤੁਸੀਂ ਉਹ ਤੁਹਾਨੂੰ ਕਿਤੇ ਮਿਲ ਜਾਣ, ਉਹਨਾਂ ਤੋਂ 5 ਮਿੰਟ ਜ਼ਿੰਦਗੀ 'ਚ ਇਹਦੇ ਬਾਰੇ ਪੁੱਛ ਲਿਓ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਮੇਰਾ ਖਿਆਲ ਤੁਹਾਨੂੰ ਦੱਸ ਦੇਣਗੇ। ਮੈਂ ਲੇਡੀਜ਼ ਨੂੰ ਮਿਲਦੀ ਹਾਂ ਜਿਨ੍ਹਾਂ ਨੇ ਮੈਨੂੰ ਦੱਸਿਆ, ਇਸ ਲਈ ਗਲਤ ਦੱਸਿਆ ਤੁਹਾਨੂੰ, ਜਿਹਨੇ ਵੀ ਦੱਸਿਆ। ਅਗਰ ਜੇ ਤੁਹਾਡੀ ਕੋਈ ਨੌਲੇਜ ਹੋਣ ਤਾਂ ਮੈਨੂੰ ਬੁਲਾ ਦਿਓ 10 ਮਿੰਟ, ਮੈਂ ਤੁਹਾਡੇ ਸਾਹਮਣੇ ਉਹਦੇ ਨਾਲ ਬਿਲਕੁਲ ਗੱਲ ਪੁੱਛਾਂਗਾ ਉਹਨੂੰ, ਔਰ ਵੈਰੀਫਾਈ ਕਰਾਂਗਾ। ਔਰ ਤੁਹਾਡੇ ਸਾਹਮਣੇ ਮੇਰਾ ਖਿਆਲ, ਮੈਨੂੰ ਬਹੁਤਾ ਤਾਂ ਨਹੀਂ ਮੈਂ ਆਪਣੇ ਆਪ ਨੂੰ ਕਹਿ ਸਕਦਾ, ਬਟ ਉਹ ਝੂਠਾ ਸਾਬਤ ਕਰ। ਇਟ ਇਜ਼ ਨਾਟ ਪੋਸੀਬਲ, ਇਹ ਪੋਸੀਬਲ ਹੀ ਨਹੀਂਗਾ। ਐਲੀਗੇਸ਼ਨ ਤਾਂ ਦੇਖੋ ਆਪਾਂ ਲਾਈਟ, ਹੁਣ ਵੀ ਤੁਸੀਂ ਦੇਖੋ, ਮੈਂ ਹੁਣ ਕਾਹਨੂੰ ਉਹਦਾ ਸਾਡੇ ਪੁਲਿਸ ਅਫਸਰ ਤੇ ਇੱਕ ਤੇ ਆ ਜਿਹੜੇ ਸ਼੍ਰੀਮਾਨ ਜੀ ਦਾ ਆਪਾਂ ਨਾਂ ਲੈ ਰਹੇ ਹਾਂ, ਇਹਨਾਂ ਨੇ ਉਹਦੇ ਤੇ ਰੇਪ ਦਾ ਕੇਸ ਦਰਜ ਕਰਾਤਾ। ਉਹ ਮੇਰੇ ਨਾਲ ਜੇਲ੍ਹ 'ਚ ਲੁਧਿਆਣੇ ਅਸੀਂ ਇਕੱਠੇ ਹੀ ਰਹੇ, ਉਹ DSP ਸੀ। ਉਹ ਮੇਰੇ ਕੋਲ ਇੱਥੋਂ ਤੱਕ ਰੋ ਪਿਆ ਜੇਲ੍ਹ 'ਚ, ਕਹਿੰਦਾ ਵਿੱਕੀ ਮੈਂ ਆਪਣੀ ਬੇਟੀ ਨਾਲ ਮਾੜਾ ਕਰਮ ਕੀਤਾ ਹੋਵੇ ਜੇ ਮੈਂ ਇਹਨੂੰ ਕੁਛ ਕਿਹਾ ਹੋਵੇ। ਮੈਂ ਕਿਹਾ ਯਾਰ ਐ ਨਾ ਕਰ, ਤੂੰ ਇਹੋ ਜਿਹੀਆਂ ਗੱਲਾਂ ਨਾ ਕਰ। ਅਲਟੀਮੇਟਲੀ ਇਹ ਨਹੀਂ ਮੰਨੇ ਜੀ, ਇੱਥੋਂ ਚੰਡੀਗੜ੍ਹੋਂ ਹੁਕਮ ਸਾਰੇ ਚੱਲਦੇ ਰਹੇ। 2.5 ਸਾਲ ਉਹ ਬੰਦਾ ਮੇਰੇ ਨਾਲ ਜੇਲ੍ਹ 'ਚ ਰਿਹਾ, ਰੇਪ ਕੇਸ। 2.5 ਸਾਲ ਉਹਦੇ ਬ੍ਰਦਰ ਨੇ ਕਿਰਟ ਪਾਈ ਹਾਈ ਕੋਰਟ 'ਚ ਵੀ ਮੈਂ ਜਿਹੜਾ ਆਪਣਾ ਟੈਸਟ ਕਰਾਉਣਾ ਚਾਹੁੰਦਾ, ਮੇਰਾ ਨਾਰਕੋ ਟੈਸਟ। ਹੈਦਰਾਬਾਦ ਤੋਂ ਕਿੱਟ ਆਈ, ਉਹ ਕਿੱਟ ਜਿਹੜੀ ਸੀਗੀ DC ਲੁਧਿਆਣੇ ਦੇ ਬਾਈ ਏਅਰ ਆਈ, ਉਹਦੇ ਜੋ ਜਿਹੜੀ ਲੇਡੀ ਸੀਗੀ ਉਹਦੇ ਵਾਲ, ਉਹਦਾ ਬਲੱਡ, ਇਸ ਜਿਹੜਾ ਸਾਡਾ DSP ਸਾਹਿਬ, ਇਹਦੇ ਵਾਲ, ਇਹਦਾ ਬਲੱਡ। ਪਹਿਲਾਂ ਤਾਂ 3 ਦਿਨ ਉਹ ਲੇਡੀ ਇਸੇ ਗੱਲ ਤੋਂ ਜਵਾਬ ਦਿੰਦੀ ਰਹੀ ਮੈਂ ਤਾਂ ਟੈਸਟ ਹੀ ਨਹੀਂ ਕਰਾਉਣਾ। ਚਲੋ ਉਹ ਸਾਰਾ ਕੁਝ ਹੋਇਆ, SP ਹੈਡਕੁਆਟਰ ਦੀ ਹਾਜ਼ਰੀ ਮੁਖਤਿਆਰ ਸਿੰਘ ਉੱਥੇ ਸੀ, ਉਹਦੀ ਹਾਜ਼ਰੀ 'ਚ ਹੋਇਆ। ਉਹ ਕਿੱਟ ਸਾਰੀ ਬਾਈ ਏਅਰ ਹੈਦਰਾਬਾਦ ਗਈ। ਉਹਨਾਂ ਨੇ ਉਹਦਾ ਰਿਪੋਰਟ ਜਿਹੜੀ ਬੰਦ ਲਿਫਾਫਾ, SS ਮੇਜਰ ਹਾਈ ਕੋਰਟ ਦੇ ਜਸਟਿਸ ਸੀਗੇ, ਇਹਨੇ ਆਪਣੀ ਬੇਲ ਲਾਈ ਸੀ ਉੱਥੇ। ਉਹਨਾਂ ਨੇ ਜਦੋਂ ਉਹ ਲਿਫਾਫਾ ਖੋਲ੍ਹਿਆ, ਉਹਦੇ ਵਿੱਚ ਮੇਜਰ ਸਾਹਿਬ ਕਹਿੰਦੇ ਵੀ ਇਹਦੇ ਨਾਲ ਤਾਂ ਰੇਪ ਇਸ ਬੰਦੇ ਨੇ ਕੀਤਾ। ਨਾਓ ਕੇਸ ਇਜ਼ ਚੇਂਜਡ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਅਫੀਸਰ 2.5 ਸਾਲ ਅੰਦਰ ਰਿਹਾ, ਉਹਦਾ ਟਾਈਮ ਕੋਈ ਮੋੜ ਸਕਦਾ? ਉੱਥੇ ਹੀ ਗੱਲ ਨਹੀਂ ਮੁੱਕੀ, ਇੱਥੇ ਰੁਕ ਜਾਓ ਜੇ। ਫਿਰ ਇਹਨਾਂ ਲੋਕਾਂ ਨੇ ਨਵਾਂ ਤਮਾਸ਼ਾ ਉੱਥੇ ਸ਼ੁਰੂ ਕਰਤਾ ਵੀ ਨਹੀਂ ਜੀ ਨਹੀਂ, ਅਸੀਂ ਨਾਰਕੋ ਟੈਸਟ ਨੂੰ ਨਹੀਂ ਮੰਨਦੇ, ਰੇਪ ਤਾਂ ਇਹਨੇ ਕੀਤਾ ਹੀ ਕੀਤਾ। ਹੀ ਡਿਸਮਿਸਡ ਫਰੋਮ ਦੀ ਸਰਵਿਸ। 7 ਸਾਲ ਤੱਕ ਉਹ ਮੁਕੱਦਮਾ ਜਿਹੜਾ ਉਹ ਚੱਲਿਆ। ਆ ਲਾਸਟ ਪਿਛਲੇ ਸਾਲ ਉਹ ਕੁੜੀ ਨੇ ਜਾ ਕੇ ਉੱਥੇ ਬਿਆਨ ਦਿੱਤਾ ਵੀ ਮੇਰੇ ਨਾਲ ਇਹਦਾ ਕੋਈ ਰੇਪ ਨਹੀਂ, ਕੁਛ। ਉਹ ਬੰਦਾ 8 ਸਾਲ ਨੌਕਰੀ ਚੋਂ ਬਾਹਰ ਰਿਹਾ, ਉਹਦੀ ਬੇਟੀ ਪੰਜਾਬੀ ਯੂਨੀਵਰਸਿਟੀ ਹੋਸਟਲ 'ਚ ਰਹਿੰਦੀ ਸੀ। ਕੁੜੀਆਂ ਨੇ, ਸਹੇਲੀਆਂ ਨੇ ਜਲੀਲ ਕੀਤਾ ਵੀ ਤੇਰਾ ਪਿਓ ਤਾਂ ਰੇਪਿਸਟ ਹੈ। ਉਹ ਪਤਾ ਨਹੀਂ ਕਿਵੇਂ ਉਸ ਕੁੜੀ ਨੇ, ਬਾਅਦ 'ਚ ਇਹਨਾਂ ਨੇ ਕੁੜੀ ਦਾ ਵਿਆਹ ਕਰਤਾ। ਹੁਣ ਉਹ ਬੰਦਾ ਦਫ਼ਤਰ ਜਾਂਦਾ,
ਉਹ ਜਾ ਕੇ ਮਿਲਿਆ ਇਹਨਾਂ ਨੂੰ ਵੀ ਭਾਈ ਮੇਰੀ ਗੱਲ ਸੁਣੋ, ਮੈਂ ਤਾਂ ਬਰੀ ਹੋ ਗਿਆ ਥੱਲੋਂ। ਕਹਿੰਦੇ ਵੀ ਨਾ ਤੂੰ ਬਰੀ ਹੋ ਜੋ ਮਰਜ਼ੀ ਹੋ, ਅਸੀਂ ਤੈਨੂੰ ਜੌਬ ਹੀ ਨਹੀਂ ਦੇਣੀ। ਉਹਨੇ ਹਾਈ ਕੋਰਟ ਰਿਟ ਪਾਈ, ਹਾਈ ਕੋਰਟ ਨੇ ਆਰਡਰ ਕਰਤੇ ਵੀ ਇਹਦਾ ਜਦੋਂ ਕੋਈ ਫਾਲਟ ਹੀ ਨਹੀਂ, ਕਸੂਰ ਹੀ ਨਹੀਂ। ਉਹ ਦੁਬਾਰਾ ਜੁਆਇਨ ਕਰ ਗਿਆ ਆ ਕੇ, ਉਹ ਸ਼ੀਜ਼ ਇਨ ਸਰਵਿਸ। ਉਹ 8 ਸਾਲ ਉਸ ਬੰਦੇ ਨਾਲ ਕੀ ਹਾਲ ਹੋਇਆ ਹੈਗਾ, ਕੈਨ ਯੂ ਥਿੰਕ? ਮੇਰਾ ਦਿਮਾਗ ਉਹ ਜਿਹੜੇ 31 ਸਾਲ ਸੀ ਉਹਨਾਂ ਨੂੰ ਪਤਾ ਨਹੀਂ ਸਾਡੇ ਬੱਚੇ ਦਿੰਦਾ ਕਿ ਨਹੀਂ, ਮੇਰਾ ਦਿਮਾਗ ਜ਼ਿਆਦਾ ਮੈਂ ਫਿਰ ਉਹ ਨਾ ਮੇਬੀ ਇਹਨੂੰ ਹੀ ਰੱਬ ਦਾ ਨਿਆਂ ਕਹਿੰਦੇ। ਦੇਖੋ ਉਹ ਡੀਐਸਪੀ ਸੀ ਸਾਡੇ ਬੈਂਕ ਵਿੱਚ, ਕਰਨ ਵਾਲੇ ਜਿਹੜੇ ਉਹ ਸੀਨੀਅਰ ਅਫੀਸਰ। ਹੁਣ ਜੇ ਪੁਲਿਸ ਨੂੰ ਹੀ ਨਹੀਂ ਕੋਈ ਸਪੇਅਰ ਕਿਸੇ ਪਾਸੇ ਕਰ ਰਿਹਾ ਤਾਂ ਫਿਰ ਪਬਲਿਕ ਨਾਲ ਤਾਂ ਕੀ ਹੋਣਾ? ਮੈਨੂੰ ਪਰ ਪੁਲਿਸ ਨੇ ਅੱਜ ਤੱਕ ਦੇਖੋ, ਅੱਜ ਅਸੀਂ ਕੁਝ ਕਹਿੰਦੇ ਆ ਪੰਜਾਬ ਵਿੱਚ ਇਹੋ ਜਿਹੀਆਂ ਹਰਕਤਾਂ ਹੋ ਜਾਂਦੀਆਂ, ਪੁਲਿਸ ਦੀਆਂ ਸਮਝ ਨਹੀਂ ਆਉਂਦੀਆਂ ਕਿਸ ਤਰ੍ਹਾਂ। ਜਿਵੇਂ ਹੁਣ ਪਿੱਛੇ ਹੀ 2 ਮੁੰਡਿਆਂ ਨੂੰ ਮਾਰ ਦਿੱਤਾ ਜਦੋਂ ਪਾਠ ਕਰ ਰਹੇ ਨੇ, ਨਿਹੱਤੇ ਸੀ, ਪੁਲਿਸ ਵਾਲੋਂ ਗੋਲੀਆਂ ਹੁਣੇ ਜਿੱਥੇ ਜਮਾਲਪੁਰ ਜੀ, ਹਾਂਜੀ, ਤੇ ਬਰਗਾੜੀ ਪਿੰਡ ਵਿੱਚ ਜੀ। ਤੇ ਇਹੋ ਜਿਹੀ ਜਿਹੜੀ ਪੁਲਿਸ ਦੀ ਟ੍ਰੇਨਿੰਗ ਹੈ, ਮੇਬੀ ਇਸ ਐਰਾ ਦੀ ਹੈ ਕਿ ਉਹ ਪੁਲਿਸ ਨੂੰ ਥੋੜਾ ਜਿਹਾ ਅੱਜ ਪੰਜਾਬ ਪੁਲਿਸ ਦੇ ਨਾਮ ਤੇ ਡਰ ਬੜਾ ਹੈ। ਕੋਈ ਆਮ ਆਦਮੀ ਖੁਸ਼ੀ ਜੇਲ੍ਹ ਵਿੱਚ ਨਹੀਂ ਜਾਣਾ ਚਾਹੇ, ਉਹ ਕਹੇਗਾ ਮਾਮਲਾ ਇੱਥੇ ਨਿਪਟਾ ਦਿਓ, ਇੱਥੇ ਨਾ ਫਸੋ। ਸੋ ਮੇਬੀ ਜਿਹੜੀ ਹੈ ਇੱਕ ਉਹ ਸੋਚ ਵਿੱਚ ਜੋ ਗਿਰਾਵਟ ਆਈ ਹੈ ਅੱਜ ਤੱਕ ਪੇ ਕਰ ਰਿਹਾ ਪੰਜਾਬ ਦੀ। ਤੁਸੀਂ ਕਿਤੇ ਮੰਨਦੇ ਹੋ ਇੱਕ ਵਾਰੀ ਹੱਥ ਖੁੱਲ ਜਾਏ, ਅਸੀਂ ਬੱਚੇ ਨੂੰ ਪਹਿਲਾ ਥੱਪੜ ਮਾਰਨ ਤੋਂ ਪਹਿਲੇ ਸੋਚਦੇ ਹਾਂ ਕਿ ਨਾ ਮਾਰੀ, ਇੱਕ ਵਾਰੀ ਹੱਥ ਖੁੱਲ ਗਿਆ ਤਾਂ ਖੁੱਲਦਾ ਹੀ ਰਹਿੰਦਾ ਹੈ। ਜਿੱਥੇ ਅਸੀਂ ਸਾਇਨਾਈਡ ਡੇਟਾ, ਜਿੱਥੇ ਅਸੀਂ ਫੇਕ ਇਨਕਾਊਂਟਰਸ ਕਰਾਤੇ, ਜਿੱਥੇ ਅਸੀਂ ਲਾਸ਼ਾਂ ਨਦੀਆਂ 'ਚ ਪਾਤੀਆਂ, ਸਾਨੂੰ ਹਿਊਮਨ ਇਨਸਾਨ ਦੀ ਵੈਲਿਊ ਰਹਿ ਗਈ ਹੈ ਪੰਜਾਬ ਪੁਲਿਸ ਨੂੰ ਤੁਹਾਡੇ ਖਿਆਲ ਨਾਲ? ਤੁਸੀਂ ਨਹੀਂ, ਫਿਰ ਦੇਖੋ ਗਵਰਨਮੈਂਟ ਹੁਣ ਮੇਰੇ ਵਾਲੀ ਜਿਹੜੀ ਗੱਲ ਸੀ, ਨਹੀਂ ਮੈਂ ਮੰਨਦੀ ਹਾਂ, ਮੈਂ ਉਸ ਗੱਲ ਨੂੰ ਮੈਂ ਛੋਟੀ ਜਿਹੀ ਗੱਲ ਤੇ ਆ ਜਾਓ। ਸੀਐਮ ਨੇ ਬੜਾ ਸਿੱਧਾ ਜਿਹਾ ਜਵਾਬ ਦਿੱਤਾ ਹੈ ਜੋ ਕੁਛ ਹੋਇਆ, ਪਰ ਮੇਰਾ ਖਿਆਲ ਤਾਂ ਐਕਸਟ੍ਰੀਮ ਹੋਈ ਹੈ। ਉਹ ਕਹਿੰਦੇ ਵੀ ਇਹ ਜੋ ਕੁਛ ਹੋਇਆ ਇਹ ਕਾਂਗਰਸ ਦੀ ਸਰਕਾਰ ਸੀ, ਕਾਂਗਰਸ ਦੇ ਵੇਲੇ ਹੋਇਆ, ਕਾਂਗਰਸ ਇਹਦਾ ਜਵਾਬ ਦੇਵੇ, ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ। ਗੱਲ ਇਹ ਹੈ, ਮੰਨ ਲਈ ਸਾਰੀ ਗੱਲ, ਉਹ ਜਿਹੜਾ 50 ਲੱਖ ਰੁਪਈਆ ਮੈਂ ਦਿੱਤਾ ਉਹਦੀ ਤਾਂ ਕਾਂਗਰਸ ਦਾ ਕੋਈ ਰੋਲ ਨਹੀਂ, ਉਹ ਤਾਂ ਤੁਹਾਡੇ ਰਾਜ 'ਚ ਦਿੱਤਾ, ਹੁਣ ਦਿੱਤਾ, ਅਜੇ ਸਾਲ ਵੀ ਨਹੀਂ ਹੋਇਆ। ਉਹ ਕਹਿੰਦੇ ਉਹਦੇ ਬਾਰੇ ਅਸੀਂ ਸੋਚਾਂਗੇ ਕੀ ਕਰਨਾ, ਉਹਦਾ ਜਵਾਬ ਮੈਨੂੰ ਦੇ ਦਿਓ ਕੋਈ। ਆਪਾਂ ਮੰਨ ਲਈ ਇਨਕਾਊਂਟਰਸ ਦੀ ਗੱਲ ਆਪਾਂ ਛੱਡ ਹੀ ਦਿੰਦੇ ਹਾਂ, ਸਾਰਾ ਹੀ ਛੱਡ ਦਿੰਦੇ ਹਾਂ। ਨਹੀਂ ਮੈਂ ਛੱਡਣਾ ਨਹੀਂ ਚਾਹੁੰਦੀ, ਮੈਂ ਉਮੀਦ ਕਰਦਾ ਤੁਹਾਡੇ 50 ਲੱਖ ਵਾਪਸ ਆ ਜਾਣ, ਬਟ ਮੈਂ ਉਸ ਗੱਲ ਨੂੰ ਛੱਡਣਾ ਨਹੀਂ ਚਾਹੁੰਦੀ ਬਿਕੋਜ਼ ਉਹ 50 ਲੱਖ ਸਦਕੇ ਹੀ ਤੁਸੀਂ ਅੱਜ ਦੱਸਿਆ ਜੋ ਕਦੇ ਤੱਕ ਕਿਸੇ ਨੇ ਨਹੀਂ ਦੱਸਿਆ ਸੀਗਾ। ਪਰ ਤੁਹਾਨੂੰ ਤੁਹਾਡੇ ਪੁਰਾਣੇ ਸਾਥੀਆਂ ਦਾ ਕਦੀ ਫੋਨ ਨਹੀਂ ਆਇਆ ਹੈ, ਕੋਈ ਆਇਆ ਨਹੀਂ ਕਿ ਮੇਰਾ ਵੀ ਦਿਲ ਕਰਦਾ ਕਿ ਮੈਂ ਵੀ ਦੱਸਦਾ, ਮੈਂ ਵੀ ਇੱਕ ਲਿਸਟ ਕੱਢ ਦੇਈ ਤੇ ਪੰਜਾਬ ਪੁਲਿਸ ਖੂਫੀਆ ਬੈਠ ਕੇ ਇੱਕ ਲਿਸਟ ਕੱਢਦੇ ਹਾਂ ਕਿ ਅਸੀਂ ਇਹ ਬੰਦੇ ਮਾਰੇ, ਇਹਨਾਂ ਦੀ ਵੇਟ ਕਰਨੀ ਬੰਦ ਕਰ ਦਿਓ, ਇਹਨਾਂ ਨੇ ਨਹੀਂ ਆਣਾ ਵਾਪਸ। ਦੇਖੋ ਉਹ ਜਿਹੜੀ ਡਿਸੀਜ਼ਨ ਹੈ ਇਹ ਬੜੇ ਹਾਈ ਲੈਵਲ ਦਾ ਡਿਸੀਜ਼ਨ ਹੈ, ਇਹ ਨਾ ਤੁਸੀਂ ਕਰ ਸਕਦੇ ਹੋ ਨਾ ਮੈਂ ਕਰ ਸਕਦਾ। ਇਹਦੇ ਲਈ ਘੱਟ ਤੋਂ ਘੱਟ ਹੋਮ ਸੈਕਟਰੀ, ਹੋਮ ਮਿਨਿਸਟਰ, ਚੀਫ ਮਿਨਿਸਟਰ, ਉਹਨਾਂ ਦੇ ਲੈਵਲ ਤੇ ਇਹ ਗੱਲਾਂ ਸੋਚਣੀਆਂ। ਆਪਾਂ ਜਿੰਨਾ ਕੁ ਸੋਚ ਸਕਦੇ ਹਾਂ, ਜਿੰਨਾ ਕਰ ਸਕਦੇ ਹਾਂ, ਜਿੰਨੀ ਕੁ ਆਪਣੀ ਪਹੁੰਚ ਹੈ ਉਹਨਾਂ ਕੁ ਅਸੀਂ ਆਪਣਾ ਜਿੰਨਾ ਕੁ ਐਫਰਟ ਕੀਤੀ ਹੈ, ਜ਼ੋਰ ਲਾਇਆ, ਫਿਰ ਵੀ ਜਿੰਨਾ ਕੁ ਹੋਏਗਾ ਲਾਵਾਂਗੇ। ਪਿੰਕੀ ਜੀ ਤੁਸੀਂ ਅੱਜ ਕਹਿੰਦੇ ਹੋ ਕਿ ਮੈਂ ਸਿਰਫ 5% ਦੱਸਿਆ, ਬਾਕੀ ਅਜੇ ਆਉਣ ਵਾਲਾ ਹੈਗਾ, ਮਤਲਬ ਤੁਹਾਡੇ ਕੋਲ ਬਹੁਤ ਜਾਣਕਾਰੀ ਹੈ। ਮੈਂ ਨਹੀਂ ਜਾਣਨਾ ਚਾਹੁੰਦੀ ਕਿੰਨੇ ਮਾਰਿਆ, ਕਿਉਂ ਮਾਰਿਆ, ਕੌਣ ਸ਼ਾਮਿਲ ਸੀ। ਮੈਂ ਸਿਰਫ ਇਹ ਪੁੱਛਦੀ ਹਾਂ ਕਿ ਭਾਵੇਂ ਸ਼ਾਇਦ ਤੁਹਾਡਾ ਕੱਲ ਕੇਸ ਸੁਲਝ ਜਾਏ, ਤੁਹਾਨੂੰ ਆਪਣੇ ਪੈਸੇ ਵਾਪਸ ਮਿਲ ਜਾਣ, ਪਰ ਜੇ ਤੁਹਾਡੇ ਹੱਥ ਵਿੱਚ ਹੈਗਾ ਕਿ ਦੱਸਣਾ ਹਾਂ ਕਿ ਇਹ ਲੋਕ ਮਰ ਚੁੱਕੇ ਨੇ, ਇਹ ਲੋਕ ਸ਼ਹੀਦ ਹੋ ਚੁੱਕੇ ਨੇ, ਵਾਪਸ ਨਹੀਂ ਆਣਗੇ, ਤੁਸੀਂ ਉਹਨੂੰ ਮਰਾ ਹੋਵੇ ਤੇ ਅਸੀਂ ਉਹਨੂੰ ਸ਼ਹੀਦ ਕਹੀਏ, ਉਹ ਸਾਡੀ ਆਪਣੀ ਨਿੱਜੀ ਹੈਗੀ, ਪਰ ਇਹਨਾਂ ਨੇ ਵਾਪਸ ਨਹੀਂ ਆਣਾ। ਤੁਸੀਂ ਆਪ ਇੱਕ ਪੇਰੈਂਟ ਹੈਗੇ ਹੋ, ਤੁਸੀਂ ਸੋਚ ਸਕਦੇ ਹੋ ਇਹ ਮਾਂ-ਬਾਪ ਦੇ ਦਿਲ ਵਿੱਚ ਕੀ ਬੀਤਦੀ ਹੋਏਗੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਬੱਚਾ ਵਾਪਸ ਆਉਣ ਵਾਲਾ ਹੈ ਕਿ ਨਹੀਂ ਹੈ, ਜਾਂ ਉਹਦੀ ਮੌਤ ਕਿੱਦਾਂ ਹੋਈ। ਬਿਕੋਜ਼ ਇੱਕ ਇਨਸਾਨ ਦਾ ਦਿਮਾਗ ਹੁੰਦਾ ਹੈ ਕਿ ਉਹ ਕਿਉਂ ਵਿਚੜ ਜਾਂਦਾ ਹੈਗਾ, ਉਹ ਇੱਕ ਉਮੀਦ ਜਿਹੜੀ ਜੀ ਰਹੇ ਹੁੰਦੇ ਹੈ, ਤੇ ਤੁਹਾਡੇ ਦਿਲ ਵਿੱਚ ਹੁਣ ਇਹ ਨਹੀਂ ਆਉਂਦਾ ਭਾਵੇਂ ਮੇਰੇ ਕੇਸ ਨੂੰ ਜੋੜ, ਮੈਂ ਐਟਲੀਸਟ ਉਹ ਲਿਸਟ ਤੇ ਕੱਢਦਾ, ਭਾਵੇਂ ਕਿਸੇ ਨੂੰ ਫਸਾਓ ਨਾ, ਭਾਵੇਂ ਕਿਸੇ ਨੂੰ, ਮੈਂ ਉਹਦੇ ਵਿੱਚ ਨਹੀਂ ਕਹਿੰਦੀ ਕਿ ਰੱਬ ਆਪਣਾ ਨਿਆਂ ਆਪ ਹੀ ਕਰ ਲੈਂਦਾ ਹੈਗਾ, ਜੇ ਅਸੀਂ ਇਨਸਾਨ ਹਾਰ ਜਾਂਦੇ ਰੱਬ ਕਰ ਦੇਗਾ, ਪਰ ਉਹ ਲਿਸਟ ਤੁਸੀਂ ਕੱਢਣੀ ਚਾਹੋਗੇ? ਮੈਂ ਕੱਲ ਬੈਠੇ ਸੀ, ਇਹ ਸਾਰੇ ਪੱਤਰਕਾਰ ਮੇਰੇ ਕੋਲ ਬੈਠੇ ਸੀ, ਕੱਲ ਮੈਂ ਸਾਰਾ ਕੁਝ ਇਹਨਾਂ ਨੂੰ ਦੱਸਿਆ, ਅੱਜ ਆਪਾਂ ਫੇਰ ਇਕੱਠੇ ਹੋਏ ਨਾ ਅਗੇਨ। ਇਹ ਮੈਂ ਕਿੰਨੇ ਕੁ ਲੋਕਾਂ ਨੂੰ ਇਸ ਗੱਲ ਦਾ ਜਵਾਬ ਦੇਣ ਦੀ ਤਰਫੋਂ ਮੈਂ ਇੱਕ ਸਾਈਡ ਆਪਣਾ ਕਰ ਚੁੱਕਿਆ ਕਿ ਆਈ ਐਮ ਗੋਇੰਗ ਟੂ ਬੀ ਰਾਈਟ ਅ ਬੁੱਕ, ਜੋ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ। ਔਰ ਮੈਂ ਮਹਾਰਾਜ ਦਰਬਾਰ ਸਾਹਿਬ ਜਾ ਕੇ ਮੈਂ ਪਰਸੋਂ ਹੀ ਮੱਥਾ ਟੇਕ ਕੇ ਆਇਆ, ਉੱਥੇ ਮਹਾਰਾਜ ਤੋਂ ਕਹਿਣਾ ਵੀ ਸੱਚੇ ਪਾਤਸ਼ਾਹ ਮੈਨੂੰ ਸੱਚ ਬੋਲਣ ਦੀ ਥੋੜੀ ਜੀ ਹਿੰਮਤ ਦੇ, ਤੇ ਮੈਂ ਉਹ ਬੁੱਕ ਲਿਖਦਾ ਤਾਂ ਕਿ ਵਾਰ-ਵਾਰ ਹਰ ਇੱਕ ਬੰਦੇ ਨੇ ਮੇਰੇ ਕੋਲ ਆਉਣਾ ਪਵੇ, ਜਿੰਨੇ ਵੀ ਪੜ੍ਹਨਾ ਉਹ ਬੁੱਕ ਪੜ੍ਹ ਲੇ।
ਉਹਦੀ ਉਹਦੇ ਨਾਲ ਤਸੱਲੀ। ਇਸ ਤੋਂ ਬਾਅਦ ਸ਼ੁਰੂ ਕਰ ਤੁਹਾਨੂੰ ਲੋਕਾਂ ਦੇ ਫੋਨ ਆ ਰਹੇ ਆਪਣੇ ਬੱਚਿਆਂ ਬਾਰੇ ਪੁੱਛਣ ਵਾਸਤੇ? ਉਹ ਜਿੰਨਾ ਕਿਸੇ ਦੀ ਆਤਮਾ ਹੁੰਦੀ ਹੈ, ਮੈਨੂੰ ਰਾਤ ਨੂੰ ਮੇਰੇ ਸਵੇਰੇ ਲੇਟ ਆਵਰਸ ਤੱਕ ਵੀ ਆਉਂਦੇ ਨੇ ਫੋਨ। ਹੁਣ ਕਹਿੰਦੇ ਵੀ ਮੈਂ ਇਕੱਲੇ ਬੰਦੇ ਨੂੰ ਕਿੰਨਾ ਕੁ ਜਵਾਬ ਦੇ ਹੋਣਾ। ਜਿੱਥੇ ਮੈਂ ਕੋਈ ਕੈਨੇਡਾ ਅਮਰੀਕਾ ਦਾ ਬੈਠਾ ਨਹੀਂ, ਜਿੱਥੇ ਮੈਂ ਬੈਠਾ ਯੂ ਨੋ ਬੈਟਰ ਦੈਨ ਮੀ, ਮੈਂ ਸ਼ੇਰ ਦੇ ਮੂੰਹ 'ਚ ਬੈਠਾ, ਬਟ ਕੋਈ ਨਹੀਂ, ਉਸ ਗੱਲ ਤੋਂ ਤਾਂ ਮੈਨੂੰ ਕੋਈ ਘਬਰਾਹਟ ਹੈ ਹੀ ਨਹੀਂ, ਨਾ ਮੈਨੂੰ ਕੋਈ ਡਰ ਹੈ। ਆਈ ਕੈਨ ਫੇਸ। ਤੇ ਉਹਦੇ ਜੋ ਤੁਹਾਨੂੰ ਹੁਣ ਜਾਣ ਦਾ ਡਰ ਹੈਗਾ? ਦੇਖੋ ਪਤਾ ਕੀ ਗੱਲ ਹੈ, ਡਰ ਡਰ ਤਾਂ ਕੋਈ ਏਡੀ ਕਹਾਣੀ ਹੈ ਨਹੀਂ। 20 ਸਾਲ ਮੈਂ ਅੱਤਵਾਦ ਦੀ ਲੜਾਈ ਲੜਿਆ, ਔਰ ਮੇਰੇ ਇੰਨੀਆਂ ਨੇੜੇ ਗੋਲੀਆਂ ਆਪਣੇ ਸਾਹਮਣੇ ਚਲਾਈਆਂ, ਫੇਸ ਕੀਤਾ। ਜੇ ਮਹਾਰਾਜ ਨੇ ਉਦੋਂ ਰੱਖਿਆ, ਕੋਈ ਏਡੀ ਵੱਡੀ ਪ੍ਰੋਬਲਮ ਨਹੀਂ। ਜੇਲ੍ਹ 'ਚ ਵੀ 60, 70, 75% ਬੰਦੇ ਮੈਨੂੰ ਮਾਰਨ ਨੂੰ ਫਿਰਦੇ ਸੀ, ਤੇ ਮੈਂ ਉੱਥੇ ਵੀ 10 ਸਾਲ ਕੱਟੇ ਨੇ। ਜਿਸ ਦਿਨ ਮੌਤ ਅਟਲ ਹੈ, ਆਉਣੀ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਬਹੁਤ ਨੇੜਿਓਂ ਦੇਖਿਆ, ਕਈ ਵਾਰੀ ਮੈਨੂੰ ਮੇਰੇ ਖਿਆਲ 10-10 ਬੰਦੇ ਵੀ ਮਾਰਨ ਲਈ ਆਉਂਦੇ ਰਹੇ ਨੇ। ਮੈਂ ਕਦੇ ਵੀ ਜਦ ਤੋਂ ਹੋਈ ਸੰਭਾਲੀ ਹੈ, ਮੈਂ ਫਾਦਰ ਮਦਰ ਨਾਲ ਕਦੇ ਰਿਹਾ ਹੀ ਨਹੀਂ ਘਰ 'ਚ। ਮੈਂ ਨਵੀਂ ਗੱਡੀ ਲਈ, ਮੈਂ ਅੱਜ ਤੱਕ ਕਦੇ ਰਿਸ਼ਤੇਦਾਰੀ 'ਚ ਨਹੀਂ ਸੀ ਗਿਆ। ਸਾਡੀ ਇੱਕ ਰਿਸ਼ਤੇਦਾਰੀ ਦਿੱਲੀ ਵਿਆਹ ਆ ਗਿਆ, ਤੇ ਮੇਰੇ ਫਾਦਰ ਮੈਨੂੰ ਕਹਿੰਦੇ ਯਾਰ ਤੇ ਕੋਈ ਗੱਡੀ ਹੈਗੀ ਸਾਨੂੰ ਨਹੀਂ। ਮੈਂ ਉਹਨਾਂ ਵਿਆਹ ਚਲਾ ਗਿਆ। ਉਹ ਜਾਪਾਨ ਤੋਂ ਸਾਡੇ ਰਿਲੇਟਿਵ ਨੇ, ਜਿਹਨਾਂ ਦੀ ਮੈਰਿਜ ਸੀਗੀ, ਤੇ ਹੋਟਲ ਮਲੇਡੀਅਨ 'ਚ ਵਿਆਹ ਸੀ। ਅਸੀਂ 3 ਦਿਨ ਦਿੱਲੀ ਰਹੇ। 6 ਬੰਦਿਆਂ ਦੀ ਪਾਰਟੀ ਅੰਮ੍ਰਿਤਸਰ ਜਲੰਧਰ ਤੋਂ ਇਕੱਠੇ ਹੋ ਕੇ ਉਹ PAU ਸੌਲਟਾ ਲੈ ਕੇ ਬੈਠੇ ਰਹੇ। ਮੈਂ 3 ਦਿਨ ਆਇਆ ਹੀ ਨਹੀਂ ਦਿੱਲੀੋਂ। ਉਹ ਜਦੋਂ 3 ਦਿਨ ਇੱਥੇ ਫਿਰਦੇ ਉਹਨਾਂ ਨੇ ਇੱਕ ਨਿਹੰਗ ਮਾਰਦਾ ਜੋਧੇਵਾਲ ਬਸਤੀ ਜਾ ਕੇ। ਉਸਨੇ ਵੇਖਿਆ ਵੀ ਜੋਧੇਵਾਲ ਬਸਤੀ ਜਿਹੜਾ ਨਿਹੰਗ ਮਰਿਆ, ਇਹਦਾ ਪੰਮਾ ਫੜਿਆ ਗਿਆ। ਪੰਮੇ ਨੇ ਦੱਸਤਾ ਵੀ ਅਸੀਂ ਤਾਂ ਪਿੰਕੀ ਨੂੰ ਮਾਰਨ ਆਏ ਸੀ, 4 ਦਿਨ ਹੋ ਗਏ ਬੈਠੇ, ਸਾਨੂੰ ਪਿੰਕੀ ਲੱਭਿਆ ਹੀ ਨਹੀਂ। ਤੇ ਮਹਾਰਾਜ ਨੇ ਬਚਾਇਆ ਮੈਨੂੰ ਉੱਥੇ। ਸੋ ਗੱਲ ਇਹ ਹੈ ਵੀ ਮੌਤ ਜਿਹੜੀ ਹੈ ਇਹ ਅਟੱਲ ਹੈ, ਜਿਸ ਦਿਨ ਆਉਣੀ ਆ ਜਾਣੀ ਹੈ। ਇਸ ਗੱਲ ਦਾ ਤਾਂ ਮੈਨੂੰ ਕੋਈ ਡਰ ਹੈ ਹੀ ਨਹੀਂ। ਬਾਕੀ ਹੁਣ ਜਿਹੜੀ ਜਿੰਨੀ ਹੈਗੀ ਜ਼ਿੰਦਗੀ, ਮੈਂ ਇਹਨਾਂ ਨੂੰ ਉਦੋਂ ਪਹਿਲਾਂ ਵੀ ਕਿਹਾ ਸੀ ਵੀ 2 ਸਾਲ ਦੀ ਸਰਵਿਸ ਰਹਿ ਗਈ ਸਾਰੀ, ਤੇ ਮੈਂ 2 ਸਾਲ ਨੂੰ ਸਰਵਿਸ ਕਰਕੇ ਜੇ ਮੈਂ 20, 22, 25 ਸਾਲ 'ਚ ਨਹੀਂ ਰੱਜਿਆ, ਤੇ 2 ਸਾਲ 'ਚ ਮੈਂ ਕੀ ਰੱਜ ਜਾਣਾ। ਠੀਕ ਹੈ ਜੀ, ਜਿੰਨੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਠੀਕ ਹੈ। ਉਹ ਕੋਈ ਐਡੀ ਛੇਤੀ 20 ਸਾਲ ਤਾਂ ਸਾਨੂੰ ਪਟਦਿਆਂ ਨੂੰ ਵੀ ਹੋ ਗਏ। ਹੁਣ ਮੈਂ ਤੁਹਾਨੂੰ ਕੋਈ DSP ਦੀ ਹਿਸਟਰੀ ਦੱਸੀ ਹੈ, ਤੁਹਾਨੂੰ ਮੈਂ ਆਪਣੀ ਹਿਸਟਰੀ ਦੱਸੀ ਹੈ ਵੀ 2001 'ਚ ਮੇਰੇ ਘਰ ਨੂੰ ਅੱਗ ਲੱਗੀ, ਸਾਰਾ ਸਭ ਫਰਨੀਚਰ ਸੜ ਕੇ ਸੁਆਹ ਹੋ ਗਿਆ, ਪੰਜਾਬ ਦੇ 'ਚ ਕੁਛ ਨਹੀਂ। ਤੇ ਮੈਨੂੰ ਅੱਜ 16 ਸਾਲ 'ਚ ਕੋਈ ਨਹੀਂ ਮਿਲ ਸਕਿਆ ਇਨਸਾਫ। ਹੁਣ ਵੀ ਚਲੋ ਆਪਾਂ ਹੱਸ ਹੀ ਰਹੇ ਹਾਂ, ਮਜ਼ਾਕ। ਮੈਂ ਕੰਪਲੇਨ ਕੀਤੀ ਹੈ, ਡੂ ਯੂ ਥਿੰਕ ਇਹ ਬੱਚਾ ਰਜਿਸਟਰ ਹੋ ਜਾਏਗਾ? ਫਿਰ ਮੈਂ ਕਹਿੰਦਾ ਵੀ ਮੈਨੂੰ ਫੜ ਲੈਣ, ਮੈਨੂੰ ਢਾਹ ਲੈਣ, ਜੇ ਮੈਂ ਝੂਠ ਬੋਲਦਾ ਮੈਨੂੰ ਕਰਨ ਇੰਟਰੋਗੇਟ। ਇੱਕ ਪਾਸੇ ਸਕੋਡੇ ਨੂੰ ਢਾਹ ਲੈਣ, ਇੱਕ ਪਾਸੇ ਮੈਨੂੰ ਢਾਹ ਲੈਣ, ਸੱਚ ਬਾਹਰ ਆ ਜਾਏਗਾ। ਠੀਕ ਹੈ ਕਿ ਨਾ? ਜਿਹੜੇ ਬੰਦਿਆਂ ਦਾ ਮੈਂ ਨਾਂ ਲੈ ਰਿਹਾ, ਉਹਨਾਂ ਨੂੰ ਪਤਾ ਲੱਗ ਜੇ, ਉਹਨਾਂ ਨੂੰ ਪੁੱਛਣ ਵੀ ਪੈਸੇ ਗਏ ਕਿ ਨਹੀਂ ਗਏ। ਫਿਰ ਮੈਂ ਜਿੱਥੇ ਗਹਿਣੇ ਵੇਚੇ ਨੇ, ਉਹ ਜਵੈਲਰ ਵੀ ਦੱਸਦਾ, ਮੈਂ ਤਾਂ ਵੀ ਝੂਠ ਨਹੀਂ ਬੋਲਿਆ। ਉਹਨੂੰ ਜਾ ਕੇ ਪੁੱਛਣਾ ਭਾਈ ਕਿੰਨੇ ਦੇ ਗਹਿਣੇ ਵੇਚ ਕੇ ਗਿਆ। ਮੈਂ ਜ਼ਮੀਨ ਵੇਚੀ ਹੈ, ਬੈਂਕ 'ਚੋਂ ਪੈਸੇ ਕਢਾਏ ਨੇ। ਜੇ ਮੈਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਫਿਰ ਹੋਰ ਤੁਸੀਂ ਕੀ ਸੋਚਦੇ ਕੌਣ ਇਨਸਾਫ ਦਾ ਹੱਕਦਾਰ ਹੈ? ਅਸੀਂ ਆਪਣੀ ਲੜਾਈ 8 ਸਾਲ ਇੱਕ DSP ਦੇ ਲੜੀ, ਇੱਕ ਨਹੀਂ ਮੈਂ ਨਿੱਕਾ ਕੇਸ ਸਾਨੂੰ, ਚਲੋ ਸਾਰੀ ਗੱਲ ਛੱਡ ਜੀ। ਤੁਸੀਂ ਇੱਕ ਛੋਟੀ ਜਿਹੀ ਮੇਰੀ ਗੱਲ ਸੁਣ ਲਓ। ਮੇਰੇ ਨਾਲ ਇੱਕ DSP ਜੇਲ੍ਹ ਸੀ, ਹਜ਼ਰਾ ਖਾਨ ਦਾ। ਦੀਵਾਲੀ ਵਾਲੇ ਦਿਨ ਵੀ ਉਹਦੇ ਅਥਰੂ ਭਰ ਲਏ, ਰਾਤ ਨੂੰ ਉਹਦੀਆਂ ਬੇਟੀਆਂ ਤੋਂ ਬਾਹਰ ਨੇ। ਕਹਿੰਦਾ ਯਾਰ ਸਾਡਾ ਕਸੂਰ ਕੀ ਹੈ? ਖਤਰਾ ਮਰ ਗਿਆ। DGP ਆ ਕੇ ਉੱਥੇ ਬਹਿ ਗਿਆ ਉਸ ਦਿਨ। ਉਹ ਕਹਿੰਦਾ ਜਦ ਤੱਕ ਮਰਦਾ ਨਹੀਂ ਮੈਂ ਜਾਂਦਾ ਨਹੀਂ, ਮੈਂ ਇੱਥੇ ਬੈਠਾ ਕੇ DSP। ਇਹਨਾਂ ਨੇ ਹੱਥ ਬੰਨੇ ਵੀ ਸਾਨੂੰ 2 ਦਿਨ ਦਾ ਟਾਈਮ ਦੇ, ਨਹੀਂ ਕਿਸੇ ਨੇ ਸੁਣੀ। 10 ਸਾਲ ਅੱਜ ਵੀ ਉਸ ਬੰਦੇ ਨੂੰ ਅੰਦਰ ਬੈਠੇ ਨੂੰ ਹੋ ਗਏ। ਉਹਦੇ ਘਰ ਦਾ ਜੋ ਹਾਲਾਤ ਆ, ਮੈਂ ਤੁਹਾਨੂੰ ਕਿਤੇ ਬੈਠ ਕੇ ਨਾ ਫਿਰ ਸਾਰੀ ਗੱਲ ਦੱਸੂਗਾ ਕੀ ਕੀ ਉਹਨਾਂ ਨਾਲ ਹੋਇਆ। ਹੁਣ ਤੁਸੀਂ ਇਹ ਸੋਚਦੇ ਵੀ ਉਸ ਬੰਦੇ ਦਾ ਕੋਈ ਕਸੂਰ ਹੈ? ਇੱਕ ਪਾਸੇ SSP ਕਹਿੰਦਾ ਯੂ ਹੈਵ ਟੂ ਡੂ ਗੋ, ਇੱਕ ਪਾਸੇ DG ਬੈਠਾ ਉੱਥੇ ਹੀ, ਉੱਠ ਨਹੀਂ ਰਿਹਾ। ਉਹਨਾਂ ਨੇ ਜੋ ਕਰਤਾ, ਫਿਰ ਆਪਣੀ ਅਫੀਸਰ ਦਾ ਸੀਨੀਅਰ ਦਾ ਹੁਕਮ ਸਿਰ ਮੱਥੇ ਮੰਨ ਲਿਆ। ਤੇ ਅੱਜ EPS ਗੱਲ ਤਾਂ ਹੋ ਰਹੀ ਹੈ, ਉਹ ਬਾਹਰ ਨਹੀਂ ਗਿਆ। ਉਹ SSP ਮਰ ਗਿਆ ਵਿਚਾਰਾ, ਰੇਲਵੇ ਲਾਈਨ ਥੱਲੇ ਆ ਕੇ। ਉਹਨੂੰ ਵੀ ਨਹੀਂ ਸਪੇਅਰ ਕਰ ਰਹੇ, ਕਹਿੰਦੇ ਨਹੀਂ ਉਹ ਤਾਂ ਕੈਨੇਡਾ ਭੱਜ ਗਿਆ, ਇੱਥੇ ਲਾਸ਼ ਮਿੱਟੀ ਦੀ ਬਣਾ ਕੇ ਰੱਖ ਗਿਆ। ਵਾਟ ਇਜ਼ ਦਿਸ ਯਾਰ? ਉਹ ਕਹਿ ਕੌਣ ਰਿਹਾ? ਸਾਡਾ ਇੱਕ DGP ਸ਼ਸ਼ੀਕਾਂਤ। ਉਹ ਮੈਂ ਕਿਹਾ ਯਾਰ ਜੇ ਉਹ ਕੈਨੇਡਾ 'ਚ ਭੱਜ ਗਿਆ, ਤੂੰ ਪੁਲਿਸ ਲੈ ਜਾ, ਮੈਨੂੰ ਲੈ ਜਾ, ਮੈਂ ਫੜਾ ਉਸ ਬੰਦੇ ਨੂੰ, ਜੋ ਰਿਵਾਰਡ ਤੂੰ ਕਹੇਗਾ ਮੈਂ ਤੈਨੂੰ ਦਊਂਗਾ, ਛੱਡ ਕੋਈ ਦਵੇ ਨਾ ਦਵੇ।
ਪਰਸੋਂ ਸਾਡਾ ਟਾਕ ਸ਼ੋਅ 'ਚ ਵੀ ਰਾਤ ਨੂੰ ਫਸ ਫਸੀਆ ਹੋ ਗਿਆ। ਪਰ ਜਦ ਭਾਵੇਂ ਤੁਸੀਂ ਆਪਣੇ ਸੀਨੀਅਰ ਅਫਸਰ ਦੇ ਕਹਿਣ ਤੇ ਇਹ ਸਭ ਕਰਦੇ ਸੀਗੇ, ਕਿਸੇ ਬੰਦੇ ਨੂੰ ਮਾਰਨਾ, ਉਹਦੀਆਂ ਚੀਕਾਂ ਸੁਣਨੀਆਂ, ਰਾਤ ਨੂੰ ਨੀਂਦ ਆ ਜਾਂਦੀ? ਦੇਖੋ ਕਹਿੰਦੇ ਆ ਮਾਰਿਆ ਜਾਂ ਕੀਤਾ। ਹੁਣ ਮੈਂ ਕੱਲ ਇਹਨਾਂ ਨੂੰ ਇੱਕ ਗੱਲ ਦੱਸੀ ਸੀ ਵੀ ਜਦੋਂ ਦੀਵਾਲੀ ਦੁਸਹਿਰਾ ਹਰ ਸਾਲ ਆਉਂਦਾ, ਲੋਕ ਕਹਿੰਦੇ ਜੀ ਪੰਜਾਬ 'ਚ ਸ਼ਾਂਤੀ ਹੋ, ਪੰਜਾਬ 'ਚ ਹੁਣ ਪੀਸ ਹੈ ਜੀ। ਸਾਡੇ ਘਰ ਉਸ ਦਿਨ ਬੱਚੇ ਉੱਚੀ ਉੱਚੀ ਰੋਂਦੇ ਸੀ, ਕਦੇ ਦੀਵਾ ਨਹੀਂ ਸੀ ਜਗਿਆ। ਮੈਂ ਜੇਲ੍ਹ ਕੀ ਕਿਸੇ ਨੇ ਸਾਡੇ ਬਾਰੇ ਸੋਚਿਆ? ਅੱਜ ਵੀ 100 ਦੇ ਕਰੀਬ ਸੀਨੀਅਰ ਜੂਨੀਅਰ ਪੁਲਿਸ ਵਾਲੇ ਜ਼ਿਲ੍ਹਾ। ਮੈਂ ਅੰਡਰਸਟੈਂਡ ਕਰਦੀ ਹਾਂ, ਹਰ ਸਿਸਟਮ ਵਿੱਚ ਹਰ ਬੰਦੇ ਦੇ ਜਿਹੜੇ ਧਰਮੀ ਫੌਜੀ ਸੀ ਛੱਡ ਕੇ ਆ ਗਏ ਸੀ, ਬੜੇ ਘੱਟ ਸੀਗੇ। ਹਰ ਬੰਦੇ ਦੇ ਵਿੱਚ ਨਹੀਂ ਹੁੰਦਾ ਕਿ ਅਸੀਂ ਰਿਬੈਲ ਕਰ ਜਾਈਏ। ਕਈ ਲੋਕ ਸਿਸਟਮ ਵਿੱਚ ਹੁੰਦੇ ਆ, ਸਿਸਟਮ ਵਿੱਚ ਢਲੇ ਰਹਿੰਦੇ ਨੇ। ਤੁਸੀਂ ਆਪਣੇ ਸੀਨੀਅਰ ਆਫੀਸਰ ਦੀ ਗੱਲ ਮੰਨੀ, ਬਟ ਐਂਡ ਅਖੀਰ ਵਿੱਚ ਆ ਕੇ ਦੇਖੀ ਤੁਸੀਂ ਰੱਬ ਨੂੰ ਮੰਨਦੇ ਹੋ, ਠੀਕ ਹੈ ਜੀ, ਤੁਹਾਨੂੰ ਬਾਣੀ ਆਉਂਦੀ ਹੈ। ਤੁਸੀਂ ਅਸੀਂ ਜੇ ਸਿੱਖ ਹੈਗੇ ਤਾਂ ਅਸੀਂ ਇਨਸਾਨੀਅਤ ਦੀ ਕਦਰ ਕਰਦੇ ਹਾਂ, ਅਸੀਂ ਇਨਸਾਨ ਨੂੰ ਇਨਸਾਨ ਸਮਝਦੇ ਹਾਂ। ਜਦ ਇੱਕ ਕਿਸੇ ਹੋਰ ਇਨਸਾਨ ਦੀਆਂ ਚੀਕਾਂ ਸਾਡੇ ਕੰਨ ਵਿੱਚ ਜਾਂਦੀਆਂ ਹੈ, ਤੁਸੀਂ ਤਾਂ ਮਤਲਬ 12 ਸਾਲ ਚੀਕਾਂ ਹੀ ਸੁਣੀਆਂ ਹੈਗੀਆਂ, ਤੇ ਉਹ ਚੀਕਾਂ ਕਦੀ ਗੂੰਜਦੀਆਂ ਨੇ? ਗੂੰਜਦੀਆਂ 10 ਸਾਲ ਮੈਂ ਜਿਹੜੀ ਜੇਲ੍ਹ 'ਚ ਰਿਹਾ, ਰਾਤ ਨੂੰ 12 1 2 ਵਜੇ ਤੋਂ ਪਹਿਲਾਂ ਮੈਂ ਕਦੇ ਸੁੱਤਾ ਹੀ ਨਹੀਂ ਸੀ। ਮੁੱਖ ਬੜੀ ਜਿਹੜੀ ਦੇਖੀ ਜਾਣਾ, ਨੀਂਦ ਹੀ ਨਹੀਂ ਸੀ ਆਉਂਦੀ। ਉੱਥੇ ਪਛਤਾਵਾ ਹੋਇਆ ਵੀ ਯਾਰ ਜ਼ਿੰਦਗੀ 'ਚ ਆਪਾਂ ਕੀਤਾ ਕੀ, ਕਿਹੜੇ ਕੰਮ ਲਈ ਆਏ ਸੀ ਤੇ ਕਿਹੜੇ ਕੰਮ 'ਚ ਪੈ ਗਏ। ਠੀਕ ਹੈ ਨਾ, ਕੋਈ ਅਸੀਂ ਬੰਦੇ ਮਾਰਨ ਜਾਂ ਇੰਟਰੋਗੇਟ ਕਰਨ ਲਈ ਤਾਂ ਤੁਸੀਂ ਪੈਦਾ ਹੋਏ। ਕੋਈ ਬੰਦਾ ਜੰਮ ਕੇ ਨਹੀਂ ਮੋਹਰ ਲੱਗ ਜਾਂਦੀ ਵੀ ਤੂੰ ਇਹੀ ਕੰਮ ਕਰਨਾ। ਵਕਤ ਇਨਸਾਨ ਨੂੰ ਢਾਲ ਦਿੰਦਾ, ਉਹਦੇ ਮੁਤਾਬਕ ਢਲ ਜਾਂਦਾ। ਕਿੱਥੇ ਆਪਣਾ ਜ਼ਮੀਰ ਮਾਰਨਾ ਪੈਂਦਾ। ਹੁਣ ਤੁਸੀਂ ਦੇਖੋ, ਜਦੋਂ ਮੈਂ ਛੁੱਟੀ ਆਉਂਦਾ ਸੀ ਨਾ ਜੇਲ੍ਹ 'ਚੋਂ, ਮੈਨੂੰ ਅਜੇ ਬੜੀ ਚੰਗੀ ਤਰ੍ਹਾਂ ਯਾਦ ਹੈ। ਜਿਸ ਦਿਨ ਜਾਣਾ ਹੁੰਦਾ ਸੀ, ਕੁੜੀ ਉੱਧਰ ਹੁੰਦੀ ਸੀ, ਮੁੰਡਾ ਇੱਧਰ, ਗੱਡੀ 'ਚ ਬੈਠ ਕੇ ਮੇਰੇ ਹੱਥੋਂ ਨਿਕਲ, ਮੈਨੂੰ ਜਾਣਾ ਚੰਗਾ ਲੱਗਦਾ। ਹਰ ਇੱਕ ਬੰਦੇ ਦੀ ਜ਼ਮੀਰ ਹੈਗੀ ਹੈ, ਮੈਂ ਹੋਰ ਨਹੀਂ ਕੋਈ ਕਹਿਣਾ ਚਾਹੁੰਦਾ। ਅੱਜ ਪਿੰਕੀ ਜੀ ਨਾਲ ਗੱਲ ਹੋਈ, ਦੋਨੋਂ ਪਾਸੇ ਦੀ ਅੱਜ ਇੱਕ ਸੁਣਵਾਈ ਹੋਈ ਹੈ। ਅਸੀਂ ਮੰਨਦੇ ਹਾਂ 31 ਸਾਲ ਤੋਂ ਸਾਡੇ ਵੀਰ ਗਾਇਬ ਨੇ, ਅਸੀਂ ਜਾਣਨਾ ਚਾਹੁੰਦੇ ਹਾਂ, ਪਰ ਇਹ ਜੋ ਹੋਇਆ ਸੀ ਇਹ ਕਿਹਦੇ ਹੱਥੋਂ ਹੋਇਆ ਤੇ ਕੌਣ ਉਹਦੀ ਕੀਮਤ ਅਦਾ ਕਰ ਰਿਹਾ, ਇਹ ਵੀ ਸਮਝਣ ਦੀ ਲੋੜ ਹੈ। ਹਰ ਪੁਲਿਸ ਅਫਸਰ ਨੂੰ ਜਿਹੜਾ ਕੰਮ ਕਰਾਇਆ ਗਿਆ ਉਹਨੇ ਕਿਉਂ ਕੀਤਾ, ਆਪਣੇ ਵੱਡੇ ਦੀ ਗੱਲ ਸੁਣ ਕੇ ਕੀਤਾ, ਉਹ ਵੀ ਇੱਕ ਪਹਿਲੂ ਹੈ। ਪਰ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਕਿਸੇ ਬਹਾਨੇ ਵੀ ਇਹਨਾਂ ਨੇ ਖੁਲਾਸਾ ਸ਼ੁਰੂ ਕੀਤਾ ਹੈ ਤੇ ਕੁਝ ਪਰਿਵਾਰਾਂ ਨੂੰ ਉਹਨਾਂ ਦਾ ਜਵਾਬ ਮਿਲ ਜਾਏਗਾ ਕਿ ਹਾਂ ਸਾਡਾ ਪੁੱਤਰ ਨਹੀਂ ਆਉਣ ਵਾਲਾ। ਹੋਰ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਦੇਖ ਕੇ ਸ਼ਾਇਦ ਕੁਝ ਹੋਰ ਲੋਕ ਵੀ ਕਈ ਪਰਿਵਾਰਾਂ ਨੂੰ ਉਹ ਜਵਾਬ ਦੇ ਦੇਣ ਕਿ ਹਾਂ ਤੁਹਾਡੇ ਬੱਚੇ ਹੁਣ ਵਾਪਸ ਨਹੀਂ ਆਉਣ ਵਾਲੇ। ਇਹ ਪੰਜਾਬ ਦਾ ਸੱਚ ਹੈ। ਅਸੀਂ ਬੀਤੇ ਸਨ, ਅੱਸਿਆਂ ਵਿੱਚ ਅਸੀਂ ਆਪਣੇ ਬੱਚੇ, ਆਪਣੇ ਵੀਰ ਗਵਾਏ ਸਨ। ਇਸ ਨੂੰ ਅਸੀਂ ਭੁਲਾ ਕੇ ਅੱਜ ਅੱਗੇ ਨਹੀਂ ਵੱਧ ਸਕਦੇ। ਜੋ ਅੱਜ ਪੰਜਾਬ ਵਿੱਚ ਹਾਲਾਤ ਚੱਲ ਰਹੇ ਨੇ, ਇਹ ਉੱਥੋਂ ਹੀ ਆ ਰਹੇ ਨੇ। ਇਹ ਉਸੇ ਕਹਿਰ ਦਾ ਹੈ ਕਿ ਅੱਜ ਸਾਡੇ ਬੱਚੇ ਨਸ਼ਿਆਂ ਵਿੱਚ ਜਾ ਰਹੇ ਨੇ, ਜਾਂ ਸ਼ਰਾਬ ਪੀ ਰਹੇ ਨੇ, ਜਾਂ ਰਾਤ ਵਿੱਚ ਅਸ਼ਾਂਤੀ ਹੈ। ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ, ਇਸੇ ਸਿਲਸਿਲੇ ਤੇ ਗੱਲ ਕਰਦੇ।